ਡਾਕਟਰ ਸਾਹਿਬ ਠੀਕ ਹੈ ਪਹਿਲਾਂ ਇਦੋਂ ਮਾੜਾ ਜਿਹਾ ਆਪਣੇ ਬਾਰੇ ਦੱਸ ਦੇਣਾ, ਤੁਸੀਂ ਕਿੱਥੇ ਜੌਬ ਕਰਦੇ ਹੋ ਤੇ ਤੁਸੀਂ ਹਾਂਜੀ ਆਪਣਾ ਉਸ ਤੋਂ ਬਾਅਦ ਫਿਰ ਇਹ ਕੁਐਸਚਨ ਦਾ ਆਨਸਰ ਦੱਸ ਦੇਣਾ। ਠੀਕ ਹੈ ਜੀ, ਹਾਂਜੀ ਮੇਰਾ ਨਾਮ ਨਵਰੀਤ ਸਿੱਧੂ ਹੈ ਤੇ ਮੈਂ ਨਿਊ ਜਰਸੀ ਵਿੱਚ ਪੀਡੀਆਟ੍ਰਿਕ ਡੈਂਟਿਸਟ ਹਾਂ। ਇਹ ਸਪੈਸ਼ਲਾਈਜੇਸ਼ਨ ਹੈਗੀ ਹੈ ਕਿ ਜੋ ਬੱਚਿਆਂ ਦੀ ਡੈਂਟਲ ਨੀਡਸ ਓਰਲ ਹੈਲਥ ਵਿੱਚ ਬੱਚਿਆਂ ਨੂੰ ਮਦਦ ਕਰਦੇ ਨੇ। ਸੋ ਬੇਸਿਕਲੀ ਮੈਂ ਬੱਚਿਆਂ ਦੀ ਡੈਂਟਲ ਸਪੈਸ਼ਲਿਸਟ ਹਾਂ ਤੇ ਮੈਂ ਨਿਊਯਾਰਕ ਵਿੱਚ ਵੀ ਕੰਮ ਕਰਦੀ ਹੈਗੀ ਹਾਂ ਇੱਕ ਹਸਪੀਟਲ ਵਿੱਚ, ਜਿੱਥੇ ਮੈਂ ਐਜ਼ ਅ ਫੈਕਲਟੀ ਮੈਂਬਰ ਜਿਹੜੇ ਰੈਜ਼ੀਡੈਂਟਸ ਹੁਣ ਨਵੇਂ ਡੈਂਟਿਸਟ ਟ੍ਰੇਨਿੰਗ ਕਰ ਰਹੇ ਹੈਗੇ ਨੇ ਪੀਡੀਆਟ੍ਰਿਕ ਡੈਂਟਿਸਟ ਬਣਨ ਲਈ, ਸੋ ਮੈਂ ਉਹਨਾਂ ਨਾਲ ਵੀ ਕੰਮ ਕਰਦੀ ਹਾਂ। ਸੋ I mean, ਆ ਮੇਰੇ ਬਾਰੇ ਇੰਟਰੋਡਕਸ਼ਨ ਹੈਗੀ ਹੈ। ਤੇ ਹਾਂਜੀ, ਤੇ ਤੁਸੀਂ ਜਿਹੜਾ ਸਵਾਲ ਪੁੱਛਿਆ ਸੀਗਾ ਇੱਕ ਬਹੁਤ, ਤੇ once again thank you so much ਮੈਨੂੰ ਇਨਫੋਰਮੇਸ਼ਨ ਗਰੁੱਪ ਵਿੱਚ ਬੋਲਣ ਦਾ ਮੌਕਾ ਦੇਣ ਲਈ। ਆਈ ਹੋਪ ਤੁਸੀਂ ਸਾਰੇ, ਤੁਹਾਡੀ ਸਾਰੀਆਂ ਦੀਆਂ ਫੈਮਿਲੀ ਸੇਫ ਹੈਗੀਆਂ ਨੇ ਤੇ ਤੁਹਾਡੇ ਬੱਚੇ ਤੁਸੀਂ ਸਾਰੇ ਠੀਕ ਹੈਗੇ ਹੋ। ਥੈਂਕ ਯੂ। ਹਾਂਜੀ, ਤੇ ਬਾਕੀ ਜਿਹੜਾ ਤੁਸੀਂ ਸਵਾਲ ਪੁੱਛਿਆ ਸੀਗਾ ਕਿ ਸੇਫ ਹੈ ਡੈਂਟਿਸਟ ਤੇ ਜਾਂ ਮੈਡੀਕਲ ਡਾਕਟਰਸ ਤੇ ਜਾਣ ਲਈ, ਤਾਂ ਇਹਦੇ ਲਈ ਮੈਂ ਇਹ ਕਹਿਣਾ ਚਾਹੂੰਗੀ ਹਾਂਜੀ ਬਿਲਕੁਲ ਸੇਫ ਹੈਗਾ। ਤੇ ਜਦੋਂ ਫੈਬਰੂਅਰੀ ਵਿੱਚ ਬਿਗਿਨਿੰਗ ਆਫ ਦਿਸ ਈਅਰ, ਮਾਰਚ ਵਿੱਚ ਜਦੋਂ ਅਮਰੀਕਾ ਵਿੱਚ ਵੀ ਕੇਸਿਸ ਵੱਧ ਰਹੇ ਸੀਗੇ, ਉਦੋਂ ਡੈਫੀਨਿਟਲੀ ਪੇਸ਼ੈਂਟਸ ਨੂੰ ਆਪਾਂ ਕਿਹਾ ਸੀਗਾ ਕਿ ਸਿਰਫ ਇਮਰਜੈਂਸੀ ਅਪਾਇੰਟਮੈਂਟਸ ਲਈ ਤੁਸੀਂ ਡੈਂਟਿਸਟ ਕੋਲ ਜਾਓ। ਤੇ ਉਹਦਾ ਬੇਸਿਕਲੀ ਆ ਰੀਜ਼ਨ ਸੀਗਾ ਕਿ ਹਜੇ ਅਸੀਂ COVID-19 ਬਾਰੇ ਐਟਲੀਸਟ ਅਮਰੀਕਾ ਵਿੱਚ ਜ਼ਿਆਦਾ ਜਾਣਕਾਰੀ ਜਾਂ ਉਹਦੇ ਬਾਰੇ ਐਜੂਕੇਟ ਹੁੰਦੇ ਹੋਏ ਸਾਨੂੰ ਸਾਡੀ ਆਰਗੇਨਾਈਜੇਸ਼ਨ CDC ਨੂੰ ਟਾਈਮ ਲੱਗ ਰਿਹਾ ਸੀ ਤੇ ਉਹ ਸਮਝ ਰਹੇ ਸੀ ਕਿ ਡਿਜ਼ੀਜ਼ ਕਿਵੇਂ ਫੈਲ ਰਹੀ ਹੈ। ਤਾਂ ਉਹਨਾਂ ਨੇ ਬੈਕ ਇਨ ਮਾਰਚ ਬਹੁਤ ਸਾਰੇ ਇਲੈਕਟਿਵ ਪ੍ਰੋਸੀਜਰਸ, ਜਿਵੇਂ ਕਿ ਕਿਸੇ ਦੇ ਬੱਚਿਆਂ ਦੀ ਕੋਈ ਡੈਂਟਲ ਅਪਾਇੰਟਮੈਂਟ ਹੋ ਗਈ, ਕੋਈ ਫਿਲਿੰਗਸ ਲਈ ਹੋ ਗਿਆ, ਕੋਈ ਕਲੀਨਿੰਗਸ ਲਈ ਹੋ ਗਿਆ, ਉਹਨਾਂ ਨੇ ਟੈਂਪਰੇਰੀਲੀ ਸਸਪੈਂਡ ਕਰ ਦਿੱਤੀਆਂ ਸੀਗੀਆਂ। ਤੇ ਉਹਦੇ ਲਈ ਇਹ ਰੀਜ਼ਨ ਸੀ ਕਿ ਅਸੀਂ ਡਿਜ਼ੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਇਹ ਫੈਲਦੀ ਕਿਵੇਂ ਹੈ। ਤੇ ਅਮਰੀਕਨ ਡੈਂਟਲ ਐਸੋਸੀਏਸ਼ਨ ਉਸ ਟਾਈਮ ਵਿੱਚ ਉਹ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਅਸੀਂ ਇਨਫੈਕਸ਼ਨ ਕੰਟਰੋਲ ਪ੍ਰੋਟੋਕੋਲਸ, ਕਿ ਅਸੀਂ ਜੇ ਕੋਈ, ਜਿਵੇਂ ਆਪਾਂ ਨੂੰ ਪਤਾ ਹੈ ਕਿ ਇਹ ਜਿਹੜੀ ਬਿਮਾਰੀ ਹੈ ਇਹ ਰੈਸਪੀਰੇਟਰੀ ਡ੍ਰੌਪਲੇਟਸ ਨਾਲ ਫੈਲਦੀ ਹੈ। ਜੇ ਕੋਈ ਬੰਦਾ ਖੰਘਦਾ ਹੈ ਜਾਂ ਜੇ ਬੰਦਾ ਈਵਨ ਗੱਲਬਾਤ ਕਰਨ ਨਾਲ ਵੀ ਜਿਹੜੇ ਡ੍ਰੌਪਲੇਟਸ ਹੁੰਦੇ ਨੇ ਉਹਨਾਂ ਨਾਲ ਇਹ ਬਿਮਾਰੀ ਫੈਲਦੀ ਹੈ। ਸੋ ਇਸ ਕਰਕੇ ਅਮਰੀਕਨ ਡੈਂਟਲ ਐਸੋਸੀਏਸ਼ਨ ਨੇ ਕਿਹਾ ਕਿ ਸਾਨੂੰ ਪਹਿਲਾਂ ਆਪਣੇ ਇਨਫੈਕਸ਼ਨ ਕੰਟਰੋਲ ਪ੍ਰੋਟੋਕੋਲਸ ਪੂਰੇ ਪ੍ਰੋਪਰ ਸਾਨੂੰ ਸਮਝਣ ਦਿਓ ਤੇ ਅਸੀਂ ਅਪਡੇਟ ਕਰਕੇ ਫਿਰ ਆਪਣੇ ਆਫਿਸ ਦੁਬਾਰਾ ਖੋਲਾਂਗੇ। ਕਰੰਟ ਸਿਚੁਏਸ਼ਨ ਵਿੱਚ ਡੈਫੀਨਿਟਲੀ ਸੇਫ ਹੈ। ਆਪਣੀ ਤੁਸੀਂ ਜੇ ਰੈਗੂਲਰ ਅਪਾਇੰਟਮੈਂਟਸ ਲਈ ਵੀ ਜਾਣਾ ਚਾਹੁੰਦੇ ਹੋ ਆਪਣੇ ਲਈ, ਆਪਣੇ ਬੱਚਿਆਂ ਲਈ, ਤੇ ਬਿਲਕੁਲ ਸੇਫ ਹੈ। ਬਟ ਮੈਂ ਇਹ ਜ਼ਰੂਰ ਕਹਿਣਾ ਚਾਹੂੰਗੀ ਕਿ ਬਹੁਤ ਚੀਜ਼ਾਂ ਨੇ ਜਿਹਦੇ ਲਈ ਸਾਨੂੰ ਧਿਆਨ ਰੱਖਣਾ ਚਾਹੀਦਾ ਹੈਗਾ ਐਜ਼ ਅ ਪੇਸ਼ੈਂਟ, ਐਜ਼ ਆਪਣੇ ਬੱਚਿਆਂ ਦੇ ਲਾਈਕ ਅਪਾਇੰਟਮੈਂਟਸ ਲਈ। ਪਹਿਲੀ ਗੱਲ ਕਿ ਤੁਸੀਂ ਜਿਹੜੇ ਵੀ ਡੈਂਟਲ ਕਲੀਨਿਕ ਵਿੱਚ ਆਪਣੇ ਬੱਚਿਆਂ ਨੂੰ ਲੈ ਕੇ ਜਾਂਦੇ ਸੀ, ਜਾਂ ਜਿਵੇਂ ਤੁਹਾਡੇ ਘਰ ਜੇ ਕੋਈ ਵੱਡੇ ਵੀ ਨੇ, ਉਹਨਾਂ ਨੂੰ ਕੋਰਸ ਕੋਈ ਲੋੜ ਹੋ ਸਕਦੀ ਹੈ ਕਿਸੇ ਐਮਰਜੈਂਸੀ ਲਈ, ਤੇ ਆਪਾਂ ਡਰਦੇ ਹਾਂ ਕਿ ਨਹੀਂ ਅਸੀਂ ਡੈਂਟਲ ਆਫਿਸ ਨਹੀਂ ਜਾਣਾ, ਅਸੀਂ ਐਮਰਜੈਂਸੀ ਰੂਮ ਚੱਲਦੇ ਹਾਂ। ਇਹਦਾ ਮੇਨ ਰੀਜ਼ਨ ਇਹ ਹੈਗਾ ਕਿ ਐਮਰਜੈਂਸੀ ਰੂਮ ਸਟਿਲ ਨਾਟ ਸੋ ਮਚ ਇਨ ਨਿਊਯਾਰਕ, ਨਿਊ ਜਰਸੀ ਤੇ ਪੈਨਸਿਲਵੇਨੀਆ। ਆਪਾਂ ਬਹੁਤ ਸਿਚੁਏਸ਼ਨ ਕੋਰੋਨਾ ਵਾਇਰਸ ਦੀ ਕੰਟਰੋਲ ਕੀਤੀ ਹੈ, ਬਟ ਸਾਡਾ ਮੇਨ ਇਹ ਗੋਲ ਸੀਗਾ ਈਵਨ ਡੈਂਟਲ ਪ੍ਰੋਫੈਸ਼ਨਲਸ ਆ ਕਿ ਉਹ ਸਾਰੇ ਪੇਸ਼ੈਂਟਸ ਜਿਹੜੇ ਕਿ ਡੈਂਟਲ ਐਮਰਜੈਂਸੀ ਲਈ ਐਮਰਜੈਂਸੀ ਰੂਮਸ ਵਿੱਚ ਪਹੁੰਚ ਰਹੇ ਹੈਗੇ ਨੇ, ਅਨਫੋਰਚੂਨੇਟਲੀ ਮੇਬੀ ਉਦੋਂ ਥੋੜੀ ਕਮਿਊਨੀਕੇਸ਼ਨ ਜਾਂ ਐਜੂਕੇਸ਼ਨ ਆਪਾਂ ਇੰਨੀ ਸਪਰੈਡ ਨਹੀਂ ਕਰ ਪਾਏ, ਉਹ ਸਾਰੇ ਆਪਣੇ ਆਪਣੇ ਡੈਂਟਲ ਕਲੀਨਿਕਸ ਜਾਣ ਤੇ ਆਪਾਂ ਐਮਰਜੈਂਸੀ ਰੂਮ ਸਿਸਟਮਸ ਨੂੰ ਓਵਰਵੈਲਮ ਨਾ ਕਰੀਏ, ਅਰਜੈਂਟ ਕੇਅਰਸ ਨੂੰ ਓਵਰਵੈਲਮ ਨਾ ਕਰੀਏ। ਤੇ ਪਹਿਲੀ ਗੱਲ ਤਾਂ ਮੈਂ ਇਹ ਕਹੂੰਗੀ ਅਗੇਨ ਕਿ ਜਿਹੜੇ ਤੁਸੀਂ ਡੈਂਟਲ ਕਲੀਨਿਕ ਤੇ ਜਾ ਰਹੇ ਹੋ, ਪਹਿਲੀ ਗੱਲ ਉਹਨਾਂ ਦੀ ਵੈਬਸਾਈਟ ਚੈੱਕ ਕਰੋ। ਤੇ ਵੈਬਸਾਈਟ ਤੇ ਹਰ ਡੈਂਟਲ ਕਲੀਨਿਕ ਨੇ ਨਵੇਂ ਪ੍ਰੋਟੋਕੋਲਸ ਪਾਏ ਨੇ ਕਿ ਜੇ ਅੱਜ ਕੱਲ ਦੀ ਸਿਚੁਏਸ਼ਨ ਵਿੱਚ ਗਿਵਨ COVID-19 ਅਸੀਂ ਆਪਣੇ ਪ੍ਰੋਟੋਕੋਲਸ ਕਿਵੇਂ ਚੇਂਜ ਕੀਤੇ ਨੇ। ਜੇ ਤੁਹਾਨੂੰ ਇਨਫੋਰਮੇਸ਼ਨ ਵੈਬਸਾਈਟ ਤੇ ਨਹੀਂ ਮਿਲ ਰਹੀ, ਉਹਨਾਂ ਨੇ ਕੋਈ ਨਵਾਂ ਸੈਕਸ਼ਨ ਨਹੀਂ ਕ੍ਰੀਏਟ ਕੀਤਾ, ਤੁਸੀਂ ਆਪਣੇ ਡੈਂਟਲ ਆਫਿਸ ਨੂੰ ਕਾਲ ਕਰੋ, ਆਪਣੇ ਬੱਚਿਆਂ ਲਈ, ਆਪਣੇ ਘਰਦਿਆਂ ਲਈ ਜਿਹੜੇ ਵੱਡੇ ਨੇ, ਜਾਂ ਆਪਣੀ ਆਪ ਜਿਹੜੀ ਤੁਸੀਂ ਡੈਂਟਲ ਅਪਾਇੰਟਮੈਂਟ ਲੈਣੀ ਆ ਉਹਦੇ ਲਈ। ਉਹਦੇ ਵਿੱਚ ਤੁਹਾਨੂੰ ਬੇਸਿਕ ਕੁਐਸਚਨਸ ਇਹ ਪੁੱਛਣੇ ਚਾਹੀਦੇ ਨੇ। ਜੇ ਤੁਸੀਂ ਆਫਿਸ ਕਾਲ ਕਰਦੇ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ, ਇਹ ਤੁਹਾਡਾ ਰਾਈਟ ਹੈ ਐਜ਼ ਅ ਪੇਸ਼ੈਂਟ। ਤੁਸੀਂ ਉਹਨਾਂ ਨੂੰ ਪੁੱਛੋ ਕਿ ਜੀ ਹਾਂਜੀ ਅਸੀਂ ਆਪਣੇ ਬੱਚੇ ਦੀ ਅਪਾਇੰਟਮੈਂਟ ਸ਼ੈਡਿਊਲ ਕਰਾਣੀ ਹੈ, ਤੁਸੀਂ ਕੀ ਪ੍ਰੀਕਾਸ਼ਨਸ ਲੈ ਰਹੇ ਹੋ, ਮੈਨੂੰ ਤੁਹਾਡੀ ਵੈਬਸਾਈਟ ਤੇ ਕੋਈ ਇਨਫੋਰਮੇਸ਼ਨ ਨਹੀਂ ਮਿਲੀ। ਉਹ ਤੁਹਾਨੂੰ ਦੱਸਣਗੇ ਡੈਫੀਨਿਟਲੀ ਅਸੀਂ ਬਹੁਤ ਖੁਸ਼ ਹਾਂ ਤੁਸੀਂ ਇਹ ਸਾਡੇ ਤੋਂ ਕੁਐਸਚਨ ਪੁੱਛਿਆ। ਪਹਿਲੀ ਗੱਲ ਤਾਂ ਅਸੀਂ ਇਹ ਕਹਿਣਾ ਚਾਹਾਂਗੇ ਕਿ ਜਦੋਂ ਤੁਸੀਂ ਆਨੇ ਹੋ ਅਸੀਂ ਤੁਹਾਨੂੰ ਇੱਕ ਫਾਰਮ ਭੇਜਾਂਗੇ ਤੁਹਾਡੀ ਅਪਾਇੰਟਮੈਂਟ ਤੋਂ ਇੱਕ ਦਿਨ ਪਹਿਲਾਂ। ਇਹ ਬਹੁਤ ਜ਼ਰੂਰੀ ਹੈ। ਅਮਰੀਕਨ ਡੈਂਟਲ ਐਸੋਸੀਏਸ਼ਨ ਨੇ ਵੀ ਕਿਹਾ ਕਿ 24 ਆਵਰਸ ਬਿਫੋਰ ਯੋਰ ਅਪਾਇੰਟਮੈਂਟ, ਐਂਡ ਦ ਸੇਮ ਅਪਲਾਈਜ਼ ਫॉर ਮੈਡੀਕਲ ਆਫਿਸਿਸ ਟੂ। ਤੁਹਾਨੂੰ ਉਹ ਕੁਝ ਕੁਐਸਚਨਸ ਪੁੱਛਣਗੇ। ਪਹਿਲਾ ਕੁਐਸਚਨ ਹੁੰਦਾ ਕਿ ਤੁਹਾਡੇ ਘਰ ਵਿੱਚ ਕੋਈ ਬਿਮਾਰ ਤਾਂ ਨਹੀਂ ਹੈ। ਦੂਜਾ ਕੁਐਸਚਨ ਤੁਸੀਂ ਆਊਟ ਆਫ ਸਟੇਟ ਟਰੈਵਲ ਤਾਂ ਨਹੀਂ ਕੀਤਾ।
ਕੁਝ ਮਹੀਨਿਆਂ ਤੱਕ ਇਹ ਕੁਐਸਚਨ ਸੀਗਾ ਕਿ ਇੰਟਰਨੈਸ਼ਨਲ ਟਰੈਵਲ ਬਾਰੇ, ਜਿਵੇਂ ਤੁਸੀਂ ਚਾਈਨਾ, ਈਰਾਨ, ਇਟਲੀ ਅਤੇ ਮੇਨ ਕੰਟਰੀਜ਼ ਸੀਗੀਆਂ ਜਿੱਥੇ ਆਪਾਂ ਨੂੰ ਪਤਾ ਸੀ ਕੇਸਿਸ ਬਹੁਤ ਜ਼ਿਆਦਾ ਵੱਧ ਰਹੇ ਨੇ, ਇੱਥੋਂ ਤਾਂ ਨਹੀਂ ਟਰੈਵਲ ਕੀਤਾ। ਬਟ ਆਫ ਕੋਰਸ ਉਹ ਸਿਚੁਏਸ਼ਨ ਨਹੀਂ ਰਹੀ। ਅੱਜ ਕੱਲ ਦੇ ਲਾਈਕ ਸਿਨੈਰੀਓ ਵਿੱਚ ਪੁੱਛਿਆ ਜਾਂਦਾ ਹੈਗਾ ਕਿ ਤੁਸੀਂ ਆਊਟ ਆਫ ਸਟੇਟ ਤਾਂ ਨਹੀਂ ਟਰੈਵਲ ਕੀਤਾ। ਕੇਸਿਸ ਬਹੁਤ ਜ਼ਿਆਦਾ ਹੈਗੇ ਨੇ ਅੱਜ ਕੱਲ, ਟੈਕਸਸ, ਕੈਲੀਫੋਰਨੀਆ, ਫਲੋਰੀਡਾ, ਜਾਰਜੀਆ। ਸੋ ਤੁਹਾਨੂੰ ਇਹ ਪੁੱਛਿਆ ਜਾਊਗਾ ਤੁਸੀਂ ਇਹਨਾਂ ਸਟੇਟਸ ਵਿੱਚ ਟਰੈਵਲ ਕਰਕੇ ਤਾਂ ਨਹੀਂ ਆਏ। ਤੇ ਅਗਲਾ ਕੁਐਸਚਨ ਹੁੰਦਾ ਹੈਗਾ ਕਿ ਤੁਹਾਡਾ ਕਿਸੇ ਕੋਵਿਡ ਪੋਜ਼ਿਟਿਵ ਪੇਸ਼ੈਂਟ ਨਾਲ ਕੋਈ ਪਰਸਨਲ ਕੰਟੈਕਟ ਹੋਇਆ, ਬਿਕਾਜ਼ ਇਹ ਜਨਰਲ ਇਨਫੋਰਮੇਸ਼ਨ ਆਪਾਂ ਨੂੰ ਹੁੰਦੀ ਹੈ। ਜਿਵੇਂ ਆਪਣੇ ਕੰਮ ਤੇ ਗੋਡ ਫੋਰਬਿਡ ਕੰਮ ਤੇ ਜਾ ਰਹੇ ਹੋ, ਕਿਸੇ EMPLOYEE ਨੂੰ ਉੱਥੇ ਹੋ ਗਿਆ ਤਾਂ ਤੁਹਾਨੂੰ ਇਹ ਆਫਿਸ ਨੇ ਦੱਸਣਾ ਇਹ ਬਹੁਤ ਜ਼ਰੂਰੀ ਹੈਗਾ ਕਿ ਨਹੀਂ ਤੁਸੀਂ ਸਾਰੇ ਸੈਲਫ ਕੁਆਰੰਟਾਈਨ ਕਰੋ 14 ਦਿਨਾਂ ਲਈ, ਇਸ ਜਿਹੜੇ ਬੰਦੇ ਨਾਲ ਤੁਸੀਂ ਕੰਮ ਕਰ ਰਹੇ ਸੀ ਤੁਹਾਡੇ ਕੋਲੀਗ ਨੂੰ ਹੋਇਆ। ਸੋ ਇਹ 4-5 ਕੁਐਸਚਨਸ ਤੁਹਾਨੂੰ 24 ਆਵਰਸ ਪਹਿਲਾਂ ਇਹ ਪੁੱਛੇ ਜਾਣਗੇ। ਤੁਸੀਂ ਨੈਕਸਟ ਚੀਜ਼ ਇਹ ਪੁੱਛ ਸਕਦੇ ਹੋ ਨਾ ਆਫਿਸਿਸ ਨੂੰ ਕਿ ਤੁਸੀਂ ਹੋਰ ਕੀ ਪ੍ਰੀਕਾਸ਼ਨਸ ਲਿੱਤੀਆਂ ਨੇ ਆਪਣੇ ਕਲੀਨਿਕ ਵਿੱਚ। ਸੋ ਉਹਦੇ ਵਿੱਚ ਡੈਂਟਲ ਆਫਿਸਿਸ ਨੇ ਆਪਣਾ ਸਾਰਾ ਇਨਫੈਕਸ਼ਨ ਕੰਟਰੋਲ ਪ੍ਰੋਟੋਕਾਲ ਐਵੇਂ ਚੇਂਜ ਕੀਤਾ ਕਿ ਜਦੋਂ ਤੁਸੀਂ ਆਪਣੀ ਅਪਾਇੰਟਮੈਂਟ ਲਈ ਲੈਟਸ ਸੇ ਇਹ ਤੁਸੀਂ ਸਾਰੇ ਕੁਐਸਚਨਸ ਆਨਸਰ ਕਰਤੇ ਤੇ ਤੁਸੀਂ ਆਪਣੀ ਅਪਾਇੰਟਮੈਂਟ ਲਈ ਪਹੁੰਚੇ ਹੋ, ਪਹਿਲੀ ਗੱਲ ਤਾਂ ਘਰ ਵਿੱਚ ਹੀ ਕੋਈ ਆਊਗਾ ਆਪਣਾ ਡੈਂਟਲ ਕਲੀਨਿਕ ਦਾ ਕੋਈ EMPLOYEE, ਕੋਈ ਅਸਿਸਟੈਂਟ ਜੋ ਤੁਹਾਡਾ ਪਹਿਲਾਂ ਆ ਕੇ ਟੈਂਪਰੇਚਰ ਚੈੱਕ ਕਰੂਗਾ। ਤੇ ਜੇ ਤੁਹਾਡਾ ਟੈਂਪਰੇਚਰ ਅੰਡਰ 100.3 ਡਿਗਰੀ ਫੈਰਨਹਾਈਟ ਹੈ ਤਾਂ ਤੁਹਾਨੂੰ ਉਹ ਅੰਦਰ ਅਲਾਉ ਕਰਨਗੇ। ਇਹ ਵਰਲਡ ਹੈਲਥ ਆਰਗੇਨਾਈਜੇਸ਼ਨ ਤੇ CDC ਦੋਵਾਂ ਨੇ ਆਹ ਲਿਮਿਟ ਰੱਖੀ ਹੈ ਕਿ 100.3 ਟੈਂਪਰੇਚਰ ਤੋਂ ਘੱਟ ਜੇ ਹੈਗਾ ਤਾਂ ਤੁਸੀਂ ਠੀਕ ਹੈਗੇ ਹੋ, ਤੁਸੀਂ ਆਫਿਸ ਵਿੱਚ ਜਾ ਸਕਦੇ ਹੋ। ਫਿਰ ਤੁਹਾਨੂੰ ਐਂਟਰ ਕਰਦੇ ਸਾਰ ਲਾਈਕ ਤੁਹਾਨੂੰ ਦਿਖੂਗਾ ਕਿ ਉਹਨਾਂ ਦਾ ਵੇਟਿੰਗ ਰੂਮ ਵਿੱਚ ਹੁਣ ਕੋਈ ਚੇਅਰਸ ਨਹੀਂ ਹੈਗੀਆਂ। ਜੇ ਚੇਅਰਸ ਹੈਗੀਆਂ ਨੇ ਤੇ ਉੱਥੇ ਕੋਈ ਵੇਟਿੰਗ ਐਵੇਂ ਹੋਵੇ ਕਿ ਬਹੁਤ ਘੱਟ ਪੇਸ਼ੈਂਟਸ ਐਟ ਅ ਟਾਈਮ ਵੇਟ ਕਰ ਰਹੇ ਨੇ। ਇਹ ਬਹੁਤ ਵੱਡਾ ਰੈਡ ਫਲੈਗ ਹੈਗਾ ਜੇ ਤੁਸੀਂ ਕਿਸੇ ਡੈਂਟਲ ਆਫਿਸ ਵਿੱਚ ਜਾ ਰਹੇ ਹੋ ਤੇ ਉੱਥੇ ਵੇਟਿੰਗ ਰੂਮ ਸਟਿਲ ਇੰਨਾ ਭਰਿਆ ਹੋਇਆ ਹੈ, ਪੇਸ਼ੈਂਟਸ ਇੰਨੇ ਕਲੋਜ਼ਲੀ ਬੈਠੇ ਨੇ, 6 ਫੀਟ ਡਿਸਟੈਂਸਿੰਗ ਵਾਲਾ ਪ੍ਰੋਟੋਕਾਲ ਨਹੀਂ ਫੋਲੋ ਹੋ ਰਿਹਾ। ਉਹ ਵੀ ਲਾਈਕ ਨਵੀਂ ਇਹਨਾਂ ਨੇ ਚੇਂਜ ਕੀਤੀ ਹੈਗੀ ਹੈ, ਲਾਈਕ ਆਪਣੇ ਐਟਲੀਸਟ ਡੈਂਟਲ ਆਫਿਸਿਸ ਵਿੱਚ ਕਿਵੇਂ ਉਹ ਚੇਂਜ ਕਰ ਰਹੇ ਨੇ। ਤੇ ਆਬਵੀਅਸਲੀ ਉਸ ਤੋਂ ਬਾਅਦ ਤੁਹਾਡਾ ਵੇਟ ਟਾਈਮ ਲਿਮਿਟਡ ਹੈਗਾ ਤੇ ਤੁਸੀਂ ਜਦੋਂ ਆਫਿਸ ਵਿੱਚ ਵੀ ਐਂਟਰ ਕਰਦੇ ਹੋ ਤੁਸੀਂ ਇਹਨਾਂ ਨੂੰ ਪੁੱਛ ਸਕਦੇ ਹੋ ਤੁਸੀਂ ਕੋਈ ਫਿਲਟਰੇਸ਼ਨ ਸਿਸਟਮਸ ਲਗਾਏ ਹੈਗੇ ਨੇ ਆਪਣੇ ਡੈਂਟਲ ਆਫਿਸਿਸ ਵਿੱਚ, ਤੇ ਤੁਹਾਨੂੰ ਦੱਸਣਗੇ ਹਾਂਜੀ ਸਾਡੇ ਹਰ ਰੂਮ ਵਿੱਚ ਉਸ ਫਿਲਟਰੇਸ਼ਨ ਸਿਸਟਮ ਦਾ ਨਾਮ ਹੈਗਾ HEPA, ਇਹਨੂੰ ਕਹਿੰਦੇ ਨੇ ਹਾਈ ਐਫੀਸ਼ੀਐਂਸੀ ਪਾਰਟੀਕੂਲੇਟ ਇਵੈਕੂਏਸ਼ਨ ਸਿਸਟਮ, ਜਿਹੜਾ ਕਿ ਵਾਇਰਸ ਨੂੰ ਸਪੈਸੀਫਿਕਲੀ 에ਅਰ ਵਿੱਚੋਂ ਕਲੀਨ ਆਊਟ ਕਰਕੇ 에ਅਰ ਰੀਸਰਕੂਲੇਟ ਕਰਦਾ। ਇਹ ਹਰ ਡੈਂਟਲ ਆਫਿਸ ਵਿੱਚ ਇੰਸਟਾਲ ਕਰਨਾ ਬਹੁਤ ਜ਼ਰੂਰੀ ਹੈਗਾ। ਸੋ ਆ ਮੇਜਰ ਚੇਂਜਸ ਕੀਤੀਆਂ ਹੈਗੀਆਂ ਨੇ ਲਾਈਕ ਆਫਿਸਿਸ ਵਿੱਚ ਉਹਨਾਂ ਨੇ। ਇਸ ਕਰਕੇ ਮੈਂ ਕਹੂੰਗੀ ਕਿ ਜੇ ਤੁਹਾਨੂੰ ਲੱਗਦਾ ਹੈਗਾ ਕਿ ਤੁਹਾਡੇ ਸਾਰੇ ਆਫਿਸਿਸ ਵਿੱਚ ਉਹਨਾਂ ਨੇ ਇਹ ਸਾਰੇ ਪ੍ਰੋਟੋਕਾਲਸ ਫੋਲੋ ਕੀਤੇ ਨੇ ਤੇ ਤੁਸੀਂ ਆਪ ਪਰਸਨਲੀ ਸੈਟੀਸਫਾਈਡ ਹੋ ਕਿ ਹਾਂਜੀ ਇਹਨੂੰ ਸਾਨੂੰ ਸੈਟੀਸਫੈਕਟਰੀ ਆਨਸਰ ਦਿੱਤੇ ਹੈਗੇ ਨੇ ਸਾਡੇ ਡੈਂਟਲ ਕਲੀਨਿਕ, ਸਾਡੇ ਡੈਂਟਲ ਪ੍ਰੋਵਾਈਡਰਸ ਨੇ, ਤਾਂ ਤੁਸੀਂ ਜ਼ਰੂਰ ਪਲੀਜ਼ ਅਪਾਇੰਟਮੈਂਟਸ ਆਪਣੀ ਸ਼ੈਡਿਊਲ ਕਰੋ ਬਿਕਾਜ਼ ਪ੍ਰੀਵੈਂਟਿਵ ਟ੍ਰੀਟਮੈਂਟ ਹਜੇ ਵੀ ਲੈਣੀ ਬਹੁਤ ਜ਼ਰੂਰੀ ਹੈ। ਠੀਕ ਹੈ, ਥੈਂਕ ਯੂ। ਮੈਂ ਇਹ ਕਹੂੰਗੀ ਕਿ ਜੇ ਤੁਹਾਨੂੰ ਤੁਹਾਡੇ ਲਾਈਕ ਡੈਂਟਲ ਆਫਿਸਰਸ ਇਹ ਕਹਿੰਦੇ ਨੇ ਕਿ ਨਹੀਂ ਜੀ ਸਾਡੇ ਕੋਲੇ ਜਿਵੇਂ ਪਹਿਲਾਂ ਸੀਗਾ ਉਵੇਂ ਹੀ ਚੱਲ ਰਿਹਾ ਹੈਗਾ, ਤੁਸੀਂ ਆਓ ਤੁਹਾਡਾ ਟੈਂਪਰੇਚਰ ਚੈੱਕ ਕਰਾਂਗੇ ਠੀਕ ਹੈ, ਤੇ ਤੁਹਾਨੂੰ ਇਨਫੋਰਮੇਸ਼ਨ ਨਹੀਂ ਦੇ ਰਹੇ then that would be a big red flag। ਠੀਕ ਹੈ, ਤੇ ਇੱਕ ਹੁਣ ਨੈਕਸਟ ਕੁਐਸਚਨ ਹੈ ਕਿ ਇਹ ਤੋਂ ਪਹਿਲਾਂ ਕਿ ਮੈਂ ਆਡੀਅנס ਚੋਂ ਕੋਈ ਪੁੱਛਣਾ ਚਾਹੇਗਾ ਕੁਐਸਚਨ ਆਪਣੇ ਹਰਜੀਤ ਭਾਜੀ ਤੁਹਾਡੇ? ਹਾਂਜੀ ਮੇਰੇ ਬਹੁਤ ਸਾਰੇ ਕੁਐਸਚਨ ਹੈਗੇ ਆ। ਹਾਂਜੀ 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 ਪਹਿਲਾ ਮੇਰਾ ਕੁਐਸਚਨ ਹੈਗਾ ਵੀ ਮਿਨੀਮਮ ਏਜ ਕਿਹੜੀ ਹੈ ਬੱਚਿਆਂ ਦੀ ਜੋ ਉਹਨਾਂ ਡੈਂਟਿਸਟ ਦੀ ਅਪਾਇੰਟਮੈਂਟ ਬਣਾਉਣੀ ਚਾਹੀਦੀ ਹੈ? ਬਹੁਤ ਤੁਸੀਂ ਚੰਗਾ ਸਵਾਲ ਪੁੱਛਿਆ ਹਰਜੀਤ ਸਿੰਘ ਜੀ। ਮੈਂ ਕਹੂੰਗੀ ਅਮਰੀਕਨ ਡੈਂਟਲ ਐਸੋਸੀਏਸ਼ਨ ਦੀ ਇਹ ਰეკਮੈਂਡੇਸ਼ਨ ਹੈ ਅਮਰੀਕਨ ਅਕੈਡਮੀ ਆਫ ਪੀਡੀਆਟ੍ਰਿਕ ਡੈਂਟਿਸਟਰੀ ਦੀ ਕਿ ਜਦੋਂ ਬੱਚਾ 1 ਸਾਲ ਦਾ ਹੁੰਦਾ ਹੈ ਉਹਦੀ ਪਹਿਲੀ ਡੈਂਟਲ ਅਪਾਇੰਟਮੈਂਟ ਸ਼ੈਡਿਊਲ ਕਰਨੀ ਚਾਹੀਦੀ ਹੈ। ਆਈ ਨੋ ਆਪਾਂ ਨੂੰ ਇਹ ਲੱਗਦਾ ਹੈ ਸਾਲ ਦੇ ਬੱਚੇ ਨੂੰ ਤੁਸੀਂ ਕੀ ਦੇਖੋਗੇ, ਇਸ ਤਾਂ ਆਪ ਬੱਚਾ ਇੰਨਾ ਰੋਂਦਾ ਹੈ, ਅਸੀਂ ਕੋਸ਼ਿਸ਼ ਕਰਦੇ ਹਾਂ ਬੱਚੇ ਦਾ ਲਾਈਕ ਦੰਦ ਸਾਫ਼ ਕਰਨ ਦੀ, ਜੇ ਉਹਨਾਂ ਦੇ ਦੰਦ ਆ ਗਏ ਨੇ ਥੋੜੇ ਬਹੁਤ ਤੇ ਤੁਸੀਂ ਡੈਂਟਿਸਟ ਕਿਵੇਂ ਦੇਖੂਗਾ। ਸੋ ਸਾਡੀ ਇਹ ਬਹੁਤ ਸਪੈਸੀਫਿਕ ਟ੍ਰੇਨਿੰਗ ਹੁੰਦੀ ਹੈ ਇਨਫੈਂਟਸ ਨੂੰ, ਛੋਟੇ ਬੱਚਿਆਂ ਨੂੰ ਇਸ ਉਮਰ 'ਚ ਦੇਖਣ ਦੀ, ਕਿਉਂਕਿ ਇਹਦੇ ਕੁਝ ਰੀਜ਼ਨਸ ਹੈਗੇ ਨੇ। ਹਜੇ ਵੀ ਬਹੁਤ ਸਾਰੇ ਏਰੀਆਜ਼ ਹੈਗੇ ਨੇ ਆਪਣੀ ਕੰਟਰੀ ਦੇ ਜਿੱਥੇ ਬੱਚਿਆਂ ਨੂੰ ਬਹੁਤ ਜ਼ਿਆਦਾ ਕੈਵਿਟੀਜ਼ ਹੋ ਰਹੀਆਂ ਹੈਗੀਆਂ ਨੇ, ਤੇ ਅਸੀਂ ਪੇਰੈਂਟਸ ਨੂੰ ਪ੍ਰੋਪਰ ਐਜੂਕੇਸ਼ਨ ਦੇਣਾ ਚਾਹੁੰਦੇ ਹਾਂ ਕਿ ਛੋਟੀ ਉਮਰ ਤੋਂ ਸਟਾਰਟਿੰਗ ਆਪਾਂ ਕੀ ਚੀਜ਼ਾਂ ਕਰੀਏ ਈਵਨ 1 ਸਾਲ ਦੇ ਬੱਚੇ ਲਈ ਜੋ ਉਹਨਾਂ ਦੀ ਕੈਵਿਟੀਜ਼ ਪ੍ਰੀਵੈਂਟ ਕਰ ਸਕਦੀਆਂ ਨੇ ਐਜ਼ ਦੇ ਗੈਟ 올ਡਰ। ਸੋ 1 ਸਾਲ ਦੀ ਉਹਨਾਂ ਨੇ ਲਿਮਿਟ ਇਸ ਕਰਕੇ ਸੈੱਟ ਕੀਤੀ ਸੀ। ਤੇ ਜਦੋਂ ਬੱਚੇ ਥੋੜੇ ਜਿਹੇ ਮੋਬਲ ਹੁੰਦੇ ਨੇ, ਉਹਨਾਂ ਨੂੰ ਡੈਂਟਲ ਟਰਾਮਾ ਵਗੈਰਾ ਹੁੰਦਾ, ਤੇ ਤੁਹਾਡੇ ਕੋਲ ਕੋਈ ਨਾ ਕੋਈ ਐਵੇਂ ਦਾ ਡੈਂਟਲ ਆਫਿਸ ਹੋਵੇ ਜਿੱਥੇ ਤੁਸੀਂ ਬਹੁਤ ਸੇਫ ਫੀਲ ਕਰਦੇ ਹੋ ਆਪਣੇ ਬੱਚੇ ਨੂੰ ਲੈ ਕੇ ਜਾਣ ਲਈ। ਤੁਸੀਂ
ਆਪਣੇ ਬੱਚੇ ਲਈ ਕੋਈ ਇੱਕ ਡੈਂਟਲ ਪ੍ਰੋਵਾਈਡਰ ਨਾਲ ਇੱਕ ਰਿਲੇਸ਼ਨਸ਼ਿਪ ਸੈਟਅਪ ਐਸਟੈਬਲਿਸ਼ ਕਰਦੇ ਹੈਗੇ ਹੋ ਕਿ ਅੱਛਾ ਕੋਈ ਅੱਜ ਤੋਂ ਬਾਅਦ ਕੋਈ ਪ੍ਰੋਬਲਮ ਆਵੇ ਅਸੀਂ ਝੱਟ ਆਪਣੇ ਬੱਚੇ ਨੂੰ ਉੱਥੇ ਲੈ ਕੇ ਜਾ ਸਕਦੇ ਹਾਂ। ਸੋ ਮੇਰਾ ਆਨਸਰ ਹੈਗਾ ਕਿ ਤੁਸੀਂ ਡੈਫੀਨਿਟਲੀ 1 ਈਅਰ ਦੀ ਏਜ ਤੇ ਜਦੋਂ ਬੱਚਾ 12 ਮਹੀਨੇ ਦਾ ਹੁੰਦਾ ਹੈ ਉਹਨਾਂ ਦੀ ਫਸਟ ਅਪਾਇੰਟਮੈਂਟ ਸ਼ੈਡਿਊਲ ਕਰਾਓ। ਉਸ ਤੋਂ ਬਾਅਦ ਐਵਰੀ 6 ਮੰਥਸ ਰੈਗੂਲਰ ਚੈੱਕਅਪਸ ਲਈ ਤੁਸੀਂ ਬੱਚੇ ਨੂੰ ਲੈ ਕੇ ਜਾਓ। ਹਾਂਜੀ, ਥੈਂਕ ਯੂ ਸੋ ਮਚ। ਮੇਰਾ ਸੈਕਿੰਡ ਕੁਐਸਚਨ ਹੈਗਾ ਵੀ ਮੇਰੇ 2 ਬੇਬੀ ਆ ਜਿਨ੍ਹਾਂ ਦੀ ਕੈਵਿਟੀ ਹੋਈ ਸੀਗੀ, ਉਹਨਾਂ ਨੇ ਕੈਪ ਮਤਲਬ ਉਹਨਾਂ ਨੇ ਕੈਵਿਟੀ ਨੂੰ ਕਵਰ ਕਰਨ ਲਈ ਕੈਪ ਚੜਾਤੇ ਤੇ ਹਜੇ ਮਤਲਬ ਉਹਨਾਂ ਦੇ ਕੈਪ ਸਟਿਲ ਐਗਜ਼ਿਸਟ ਹੈਗੇ ਆ ਤੇ ਉਹਨਾਂ ਦੇ ਮਤਲਬ ਜਿਹੜੇ ਬੇਬੀ ਟੂਥ ਹਜੇ ਵੀ ਸਟਿਲ ਮਤਲਬ ਨਿਕਲੇ ਨਹੀਂ ਹੈਗੇ, ਮਤਲਬ ਕਹਿਣ ਦਾ ਮਤਲਬ ਹੈਗਾ, ਤੇ ਉਹਦੇ ਲਈ ਵੀ ਕੀ ਸੋਲੂਸ਼ਨ ਹੈਗਾ ਆ? ਹਾਂਜੀ, ਤੁਸੀਂ ਤੁਹਾਡੇ ਬੱਚਿਆਂ ਦੀ ਉਮਰ ਕਿੰਨੀ ਹੈ ਜਿੰਨਾਂ ਬਾਰੇ ਤੁਸੀਂ ਇਹ ਕੁਐਸਚਨ ਪੁੱਛਿਆ ਹੈਗਾ? ਹਾਂਜੀ, ਇੱਕ 9 ਸਾਲ ਦੀ ਹੈਗੀ ਹੈ ਉਸ ਟਾਈਮ ਐਂਡ ਸੈਕੰਡ ਵਨ ਇਜ਼ ਆਲਮੋਸਟ 10। ਓਕੇ, ਸੋ ਅਗੇਨ ਹਰਜੀਤ ਜੀ, ਪਹਿਲਾ ਰੀਜ਼ਨ ਜਿਹੜਾ ਮੈਂ ਦੱਸ ਰਹੀ ਸੀ ਕਿ ਬੱਚਿਆਂ ਨੂੰ 12 ਮਹੀਨੇ ਦੀ ਉਮਰ ਤੇ ਲੈ ਕੇ ਜਾਓ, ਬਹੁਤ ਪੈਰੈਂਟਸ ਸੋਚਦੇ ਨੇ ਕਿ 6 ਸਾਲ ਦੀ ਉਮਰ ਤੱਕ ਤਾਂ ਸਾਰੇ ਬੇਬੀ ਟੀਥ ਗਿਰ ਜਾਣੇ ਨੇ, ਕੀ ਲੈ ਕੇ ਜਾਣ ਦੀ ਲੋੜ ਹੈਗੀ ਹੈ ਬੱਚੇ ਨੂੰ ਸਪੈਸ਼ਲਿਸਟ ਕੋਲ। ਸੋ ਇਹ ਬਹੁਤ ਵੱਡਾ ਮਿਸਕਨਸੈਪਸ਼ਨ ਹੈ। ਮੈਜੋਰਿਟੀ ਬੱਚੇ 12 ਸਾਲ ਦੀ ਉਮਰ ਤੇ ਜਾ ਕੇ 11 ਤੋਂ 12 ਸਾਲ ਦੀ ਉਮਰ ਵਿੱਚ ਬੇਬੀ ਟੀਥ ਯੂਜ਼ ਕਰਦੇ ਨੇ। ਪਹਿਲੇ ਦੰਦ ਜਿਹੜੇ ਬੱਚਿਆਂ ਦੇ ਗਿਰਦੇ ਨੇ ਡੈਫੀਨਿਟਲੀ 6 ਸਾਲ ਦੀ ਉਮਰ ਤੇ ਗਿਰਦੇ ਨੇ, ਬਟ ਉਹ ਟੌਪ ਐਂਡ ਬਾਟਮ ਜਿਹੜੇ ਆਪਣੇ ਫਰੰਟ ਟੀਥ ਹੁੰਦੇ ਨੇ ਉਹ ਨੇ। ਤੇ ਮੈਂ ਕਿਹਾ ਸੀ ਕਿ ਜਿਹੜੇ ਤੁਹਾਡੇ ਬੱਚਿਆਂ ਦੇ ਹੁਣ ਤੁਸੀਂ ਸਿਲਵਰ ਕੈਪਸ ਦੀ ਗੱਲ ਕਰ ਰਹੇ ਹੋ, ਬੈਕ ਮੋਲਰਸ ਤੇ ਸੀਗੇ, ਤਾਂ ਕਰਕੇ ਹੀ ਫਰਸਟ ਟਾਈਮ ਉਹਨਾਂ ਨੇ ਕੋਈ ਕੈਵਿਟੀ ਦੇਖੀ ਹੋਣੀ ਹੈ ਕਿ ਜਦੋਂ ਇਹ ਵੱਡੀ ਹੋ ਜਾਂਦੀ ਹੈ ਤੇ ਡੈਂਟਿਸਟ ਇਹ ਸੋਚ ਕੇ ਚੱਲਦੇ ਨੇ ਕਿ ਇਸ ਦੰਦ ਨੂੰ ਆਪਾਂ ਨੂੰ ਇਸ ਬੱਚੇ ਨੇ ਇਹ ਦੰਦ ਲੈਟਸ ਸੇ 12 ਜਾਂ 11 ਸਾਲ ਦੀ ਉਮਰ ਤੇ ਜਾ ਕੇ ਲੂਜ਼ ਕਰਨਾ ਹੈ। ਬਹੁਤ ਜ਼ਿਆਦਾ ਟਾਈਮ ਸਪੈਨ ਹੈਗਾ ਜਿੰਨੀ ਦੇਰ ਤੱਕ ਇਹ ਦੰਦ ਨਹੀਂ ਰਹਿਣਾ। ਸੋ ਲੈਟਸ ਡੂ ਵਾਟਸ ਬੈਸਟ ਟੂ ਪ੍ਰੋਟੈਕਟ ਇਟ। ਤਾਂ ਕਰਕੇ ਤੁਹਾਡੇ ਕੁਐਸਚਨ ਦਾ ਆਨਸਰ ਇਹ ਹੈਗਾ ਕਿ ਮੋਸਟ ਲਾਈਕਲੀ 11 ਤੋਂ 11.5 ਸਾਲ ਦੀ ਉਮਰ ਵਿੱਚ ਬੱਚੇ ਉਹ ਪਿਛਲੇ ਵਾਲੇ ਸਿਲਵਰ ਕੈਪਸ ਯੂਜ਼ ਕਰਨਗੇ ਤੇ ਉਹਦੇ ਵਿੱਚ ਵੀ ਡਰਨ ਦੀ ਕੋਈ ਗੱਲ ਨਹੀਂ ਹੈਗੀ। ਜਦੋਂ ਉਹ ਲੂਜ਼ ਹੋਣਗੇ ਕੈਪ ਪੂਰਾ ਦਾ ਪੂਰਾ ਨਾਲ ਹੀ ਨਿਕਲ ਆਊਗਾ। ਕੁਝ ਲਾਈਕ ਆਪਣੇ ਡੈਂਟਿਸਟ ਕੋਲ ਦੁਬਾਰਾ ਜਾਣ ਦੀ ਲੋੜ ਨਹੀਂ ਕਿ ਹੁਣ ਮੇਰਾ ਬੱਚੇ ਦਾ ਕੈਪ ਲੂਜ਼ ਹੋ ਗਿਆ ਹੈਗਾ, ਕੋਈ ਇਨਫੈਕਸ਼ਨ ਤਾਂ ਨਹੀਂ ਹੋ ਰਹੀ। ਉਹ ਲੂਜ਼ ਇਸ ਕਰਕੇ ਹੋ ਰਿਹਾ ਹੈਗਾ, ਪਹਿਲੀ ਗੱਲ ਕਿ ਨਵਾਂ ਦੰਦ ਥੱਲੇ ਆ ਰਿਹਾ, ਸਪੈਸ਼ਲੀ 10 ਸਾਲ ਦੇ ਬੱਚੇ ਲਈ। 9 ਸਾਲ ਦੇ ਬੱਚੇ ਨੂੰ ਹਲੇ ਥੋੜਾ ਟਾਈਮ ਲੱਗੂਗਾ ਤੇ ਕੁਝ ਚੀਜ਼ਾਂ ਨੇ ਆਫ ਕੋਰਸ ਤੁਸੀਂ ਜੇ 6 ਮਹੀਨੇ ਬਾਅਦ ਬੱਚੇ ਨੂੰ ਚੈੱਕ ਕਰਵਾ ਰਹੇ ਹੋ, ਕਈ ਵਾਰੀ ਉਹਨਾਂ ਸਿਲਵਰ ਕੈਪਸ ਦੇ ਵਿੱਚ ਇਨਫੈਕਸ਼ਨ ਵੀ ਹੋ ਜਾਂਦੀ ਹੈ ਬੱਚਿਆਂ ਨੂੰ ਜੇ ਆਪਾਂ 6 ਮਹੀਨੇ ਵਾਲਾ ਚੈੱਕਅਪ ਅਪਾਇੰਟਮੈਂਟਸ ਨਹੀਂ ਸ਼ੈਡਿਊਲ ਕਰਕੇ ਰੱਖਦੇ। ਉਹਨੂੰ ਵੀ ਪ੍ਰੀਵੈਂਟ ਕਰਨ ਲਈ ਆਹੀ ਤਰੀਕਾ ਹੈਗਾ ਕਿ ਤੁਸੀਂ ਆਪਣੇ ਚੈੱਕਅਪਸ ਅਪਾਇੰਟਮੈਂਟਸ ਲਈ ਜਾਓ, ਤਾਂ ਕਿ ਇਸ ਤੋਂ ਪਹਿਲਾਂ ਜਦੋਂ ਡਾਕਟਰਸ ਐਕਸ-ਰੇ ਲੈਂਦੇ ਹੈਗੇ ਨੇ ਅਪਾਇੰਟਮੈਂਟ ਤੇ, ਉਹ ਇਹੀ ਦੇਖਣ ਲਈ ਆ ਕਿ ਸਾਡੀ ਟ੍ਰੀਟਮੈਂਟ ਸਕਸੈਸਫੁਲ ਰਿਹਾ ਨਹੀਂ ਤੇ ਅਸੀਂ ਕੀ ਕਰੀਏ। ਯਪ, ਹਾਂਜੀ, ਥੈਂਕ ਯੂ ਸੋ ਮਚ ਡਾਕਟਰ ਸਾਹਿਬ। ਮੇਰਾ ਲਾਸਟ ਕੁਐਸਚਨ ਹੈਗਾ, ਨਾਟ ਲੀਸਟ, ਜੇ ਬੱਚਿਆਂ ਦੇ ਲਾਈਕ ਸਾਡੇ ਦੰਦਾਂ ਦੇ ਵਿੱਚ ਸਪੇਸ ਹੈਗੀ ਆ, ਮਤਲਬ ਵਿਰਲ ਹੈਗੀ ਹੈ ਪੰਜਾਬੀ ਚ ਕਹਿੰਦੇ ਆ, ਉਹਦੇ ਲਈ is that normal or we should have any precaution or we should do what we should do? ਡੈਫੀਨਿਟਲੀ ਹਰਜੀਤ ਜੀ, ਅਗੇਨ ਤੁਹਾਡੇ ਕੁਐਸਚਨਸ ਇੰਨੇ ਵਧੀਆ ਹੈਗੇ ਨੇ ਬਿਕਾਜ਼ ਇਹ ਬਹੁਤ ਫੰਡਾਮੈਂਟਲ ਚੀਜ਼ਾਂ ਨੇ। ਵਿਰਲ ਹੋਣਾ ਸਪੈਸ਼ਲੀ ਬੱਚਿਆਂ ਦੇ ਦੰਦਾਂ ਵਿੱਚ ਆਈਡੀਅਲ ਹੈ, ਕਿਉਂਕਿ ਜੇ ਆਪਾਂ ਗੱਲ ਕਰ ਰਹੇ ਹੈਗੇ ਆ ਲੈਟਸ ਸੇ 3-4 ਸਾਲ ਦੇ ਬੱਚੇ ਦੀ, ਜਦੋਂ ਨਵੇਂ ਦੰਦ ਆਉਂਦੇ ਨੇ, ਜੇ ਉਹਨਾਂ ਬੱਚਿਆਂ ਦੇ ਦੰਦਾਂ ਵਿੱਚ ਵਿਰਲ ਹੈ, ਇਹਨੂੰ ਆਪਾਂ ਕਹਿੰਦੇ ਆ ਡਿਵੈਲਪਮੈਂਟਲੀ ਨਾਰਮਲ, ਕਿਉਂਕਿ ਜਿਹੜੇ ਪਰਮਨੈਂਟ ਟੀਥ ਨੇ ਉਹਨਾਂ ਬੇਬੀ ਟੀਥ ਨੂੰ ਰਿਪਲੇਸ ਕਰਨਾ ਉਹਨਾਂ ਤੋਂ 1.5 ਗੁਣਾ ਵੱਡੇ ਹੁੰਦੇ ਨੇ। ਜੇ ਬੱਚਿਆਂ ਦੇ ਸਪੈਸ਼ਲੀ ਜਿਵੇਂ ਜਦੋਂ ਨਵੇਂ ਦੰਦ ਆ ਰਹੇ ਨੇ ਛੋਟੇ ਬੱਚਿਆਂ ਦੇ, ਉਹ ਵਿਰਲ ਨਾ ਹੋਵੇ ਤਾਂ 100% ਚਾਂਸ ਹੈ ਕਿ ਉਹਨਾਂ ਬੱਚਿਆਂ ਦੇ ਦੰਦ ਜਿਹੜੇ ਨਵੇਂ ਦੰਦਾਂ ਲਈ ਥਾਂ ਨਹੀਂ ਹੈਗੀ ਜ਼ਿਆਦਾ। ਤੇ ਵਿਰਲ ਦਾ ਇੱਕ ਹੋਰ ਰੀਜ਼ਨ ਹੈਗਾ ਕਿ ਜਿਹੜੇ ਬੱਚਿਆਂ ਨੂੰ ਆਪਾਂ ਪ੍ਰੋਪਰ ਛੋਟੇ ਹੁੰਦੇ ਤੋਂ ਲੈਟਸ ਸੇ ਉਹਨਾਂ ਬੱਚਿਆਂ ਨੇ ਸੋਲਿਡ ਫੂਡਸ ਟਾਈਮ ਸਿਰ ਖਾਣੇ ਸ਼ੁਰੂ ਕੀਤੇ, ਪੈਸੀਫਾਇਰ ਬਹੁਤੀ ਦੇਰ ਤੱਕ ਨਹੀਂ ਯੂਜ਼ ਕੀਤਾ, ਕੋਈ ਬੋਤਲ ਜਿਹੜੀ ਜਿੱਥੇ ਆਪਾਂ ਬੱਚਿਆਂ ਨੂੰ ਦੁੱਧ ਦਿੰਦੇ ਆ ਬਹੁਤੀ ਦੇਰ ਤੱਕ ਉਹਨਾਂ ਨੇ ਨਹੀਂ ਇਸਤੇਮਾਲ ਕੀਤੀ, ਤੇ ਉਹਨਾਂ ਦੀ ਡਿਵੈਲਪਮੈਂਟ ਬਿਲਕੁਲ ਨਾਰਮਲ ਹੈਗੀ ਹੈ। ਇਹਦਾ ਇੱਕ ਬਹੁਤ ਵੱਡਾ ਸਾਈਨ ਹੈਗਾ ਦੰਦਾਂ ਵਿੱਚ ਵਿਰਲ ਹੋਣਾ। ਸੋ ਮੈਂ ਕਹੂੰਗੀ ਉਹਨੂੰ ਪ੍ਰੀਵੈਂਟ ਨਹੀਂ ਕਰਨਾ ਚਾਹੀਦਾ, ਆਪਾਂ ਨੂੰ ਇਹ ਨਾਰਮਲ ਚੀਜ਼ ਹੀ ਲੈ ਕੇ ਅੱਗੇ ਚੱਲਣਾ ਚਾਹੀਦਾ ਹੈ। ਫਿਰ ਜਦੋਂ ਬੱਚਾ ਵੱਡਾ ਹੁੰਦਾ, ਜਿਵੇਂ ਕੋਈ ਆਪਾਂ 6-7 ਸਾਲ ਦੇ ਬੱਚੇ ਦੀ ਗੱਲ ਕਰ ਰਹੇ, ਉਹਨਾਂ ਨੇ ਆਪਣੇ ਬੇਬੀ ਟੀਥ ਯੂਜ਼ ਕਰਦੇ ਉੱਪਰ ਤੇ ਥੱਲੇ ਵਾਲੇ, ਉਹਦੇ ਵਿੱਚ ਵਿਰਲ ਥੱਲੇ ਵਾਲੇ ਦੰਦਾਂ ਵਿੱਚ ਕਈ ਵਾਰੀ ਨਹੀਂ ਹੁੰਦਾ, ਉਹ ਵੀ ਬਿਲਕੁਲ ਨਾਰਮਲ ਚੀਜ਼ ਹੈ। ਤੇ ਉੱਪਰ ਵਾਲੇ ਦੰਦਾਂ ਵਿੱਚ ਵਿਰਲ ਹੁੰਦਾ ਜੇ ਨਵੇਂ ਦੰਦ ਵੀ ਆ ਰਹੇ ਹੈਗੇ ਨੇ, ਉਹ ਵਿਰਲ 11 ਸਾਲ ਦੀ ਉਮਰ ਤੱਕ ਕਰੈਕਟ ਹੋ ਜਾਣਾ ਚਾਹੀਦਾ ਹੈਗਾ। ਤੇ ਜੇ ਲੈਟਸ ਸੇ ਕਿ ਉਹ 12 ਸਾਲ ਦੇ ਬੱਚੇ ਵਿੱਚ ਤੁਹਾਨੂੰ ਲੱਗ ਰਿਹਾ ਕਿ ਵਾਓ ਲਾਈਕ ਬਹੁਤ ਮੈਨੂੰ ਲੱਗ ਰਿਹਾ ਕਿ ਮੇਰੇ ਬੱਚੇ ਦੇ ਦੰਦ ਹੁਣ ਜਿਵੇਂ ਨਵੇਂ ਦੰਦ ਜ਼ਿਆਦਾ ਆਈ ਜਾ ਰਹੇ ਹੈਗੇ ਨੇ,
ਤਾਂ ਸਪੇਸ ਤਾਂ ਬਿਲਕੁਲ ਨਹੀਂ ਹੈਗੀ ਜੀ। ਉਦੋਂ ਫਿਰ ਲਾਈਕ ਆਫ ਕੋਰਸ ਲਾਈਕ ਫਿਰ ਬ੍ਰੇਸਿਸ ਦੀ ਗੱਲ ਸ਼ੁਰੂ ਹੁੰਦੀ ਹੈ। ਬੇਬੀ ਟੀਥ ਵਿੱਚ ਵਿਰਲ ਹੋਣਾ ਇਜ਼ ਪਰਫੈਕਟਲੀ ਨਾਰਮਲ, developmentally appropriate, and we expect to see that. Okay, thank you so much, Dr. Rao, for that. No ਬਹੁਤ problem. ਥੈਂਕ ਯੂ। ਟਾਂਡੀ ਭਾਜੀ ਤੁਹਾਡਾ ਕੁਐਸਚਨ ਹੈ ਤੁਹਾਡੇ ਆਪਣੇ ਬੱਚਿਆਂ ਵਾਸਤੇ ਕੋਈ? ਮੇਰਾ ਬਸ ਇੱਕੋ ਹੀ ਕੁਐਸਚਨ ਆ, ਮਤਲਬ ਇੱਕ ਚੀਜ਼ ਹੈ ਨਾ, ਜਿੱਦਾਂ ਮੇਰਾ ਇੱਕ ਮਤਲਬ ਸਨ ਸੀਗਾ, ਮਤਲਬ ਉਹ ਜਦੋਂ ਛੋਟੀ ਉਮਰ ਦੇ ਵਿੱਚ ਸੀਗਾ, ਉਹਨੇ ਆਪਣੇ ਜਦੋਂ ਦੰਦ ਉਹਦੇ ਮੋਹਰਲੇ 2 ਨਿਕਲ ਰਹੇ ਸੀਗੇ, ਉਹਨੇ ਬੈੱਡ ਦੇ ਨਾਲ ਕੋਈ ਕਰਬ ਦੇ ਨਾਲ ਲਾ ਕੇ ਨਾ ਥੋੜੇ ਜਿਹੇ ਮਤਲਬ ਬਾਹਰ ਨੂੰ ਕਰ ਲਏ ਹਾਂਜੀ। ਤੇ ਉਹਦਾ ਮਤਲਬ ਫਿਊਚਰ ਦੇ ਵਿੱਚ ਕੀ ਸੋਲੂਸ਼ਨ, ਮਤਲਬ ਕੀ ਉਹਦਾ ਪ੍ਰੋਬਲਮ, ਵੀ ਦੁਬਾਰਾ ਜਦੋਂ ਆਉਣਗੇ ਆਪਣੇ ਆਪ ਸਟੇਟ ਆ ਜਾਣਗੇ, ਵੀ ਕੁਝ ਕਰਾਉਣੇ ਪੈਣਗੇ ਮਤਲਬ ਫਿਊਚਰ 'ਚ? ਅੱਛਾ ਜੀ, ਹੁਣ ਕਿੰਨੇ ਸਾਲ ਦਾ ਬੱਚਾ ਹੈਗਾ ਜੀ? ਹੁਣ ਹੈਗਾ 4 ਸਾਲ ਦਾ ਜੀ। ਉਹ 4 ਸਾਲ ਦਾ ਬੱਚਾ, ਤੇ ਉਹਨਾਂ ਦੇ ਆਲਰੇਡੀ ਅੱਗੇ ਵਾਲੇ ਦੰਦ ਉਹਨਾਂ ਨੇ ਕੀ, ਅੱਛਾ ਸੱਟ ਲੱਗੀ ਸੀ? ਮੈਨੂੰ ਸੌਰੀ ਕੁਐਸਚਨ ਤੁਸੀਂ ਇੱਕ ਵਾਰੀ ਦੁਬਾਰਾ। ਸੱਟ ਨਹੀਂ ਲੱਗੀ, ਜਿੱਦਾਂ ਨਾ ਬੈੱਡ ਦੇ ਨਾਲ ਜੋ ਛੋਟਾ ਜਿਹਾ ਹੁੰਦਾ ਸੀ, ਸਾਲ ਦਾ ਹੁੰਦਾ ਸੀ, ਤੇ ਬੈੱਡ ਦੇ ਉੱਪਰ ਮਤਲਬ ਚੜ ਕੇ ਫਰੇਮ ਤੇ ਕਦੀ ਐਂ ਕੱਸੀ ਜਾਣੇ, ਮਤਲਬ ਉਹ ਚੀਜ਼ ਸੀਗੀ। ਹਾਂਜੀ ਹਾਂਜੀ ਹਾਂਜੀ, ਤਾਂ ਉਹ ਤੁਹਾਨੂੰ ਲੱਗਦਾ ਕਿ ਚਿਪ ਹੋ ਗਏ ਜਿਵੇਂ ਲਾਈਕ ਅੱਗੇ ਵਾਲੇ ਸਪੈਸ਼ਲੀ ਦੰਦ? ਜਾਣੀ ਕਿ ਉਹਨਾਂ ਦੀ ਜਿਹੜੀ ਡਾਇਰੈਕਸ਼ਨ ਸੀਗੀ ਉਹ ਥੋੜੀ ਬਾਹਰ ਨੂੰ ਨਹੀਂ ਜਿੱਦਾਂ ਹੋ ਗਈ, ਦੋ ਮਤਲਬ। ਓਕੇ ਓਕੇ ਓਕੇ, ਠੀਕ ਹੈ ਜੀ। ਹਾਂਜੀ, ਤੇ ਹੁਣ ਉਹ ਸਟਿਲ ਹੈਬਿਟ ਹੈਗੀ ਹੈ ਕਿ ਨਹੀਂ? ਨਹੀਂ, ਉਹ ਹੈਗੀ, ਉਹ ਮਤਲਬ ਛੋਟੇ ਹੁੰਦੇ ਸੀ ਸੀਗੀ, ਤੇ ਹੁਣ ਨਹੀਂ ਹੈਗੀ। ਤੇ ਵੈਸੇ ਤਾਂ ਮਤਲਬ 3 ਵਾਰੀ ਤਾਂ ਆਲਰੇਡੀ ਚੈੱਕ ਕਰਾਇਆ, ਮਤਲਬ ਡੈਂਟਿਸਟ ਕੋਲ ਜਾ ਕੇ ਜਿਹਦਾ ਅਪਾਇੰਟਮੈਂਟ ਤੋਂ, ਮਤਲਬ ਕੁਛ ਨਹੀਂ, ਮਤਲਬ ਬੁਰਸ਼ ਕਰੋ ਬਸ, ਉਹ 3 ਟਾਈਮ ਆਲਰੇਡੀ ਚੈੱਕਅਪ। ਰਾਈਟ, ਤੇ ਇਹ ਵੀ ਬਹੁਤ ਹੀ ਵਧੀਆ ਕੁਐਸਚਨ ਹੈਗਾ। ਤਾਂ ਇਹਦਾ ਮੈਂ ਇਹ ਜਵਾਬ ਦਊਂਗੀ ਕਿ ਲਾਈਕ ਉਹਦਾ ਜੋ ਉਹ ਹੈਬਿਟਸ ਉਦੋਂ ਯੂਜ਼ ਕਰ, ਜਿਵੇਂ ਜਿਹੜੀ ਹੈਬਿਟ ਕਰਕੇ ਉਹਨਾਂ ਦੀ ਦੰਦਾਂ ਦੀ ਡਾਇਰੈਕਸ਼ਨ ਚੇਂਜ ਹੋ ਗਈ। ਹੁਣ ਬਹੁਤ ਚੀਜ਼ਾਂ ਨੇ ਜਿਹੜੀਆਂ ਕਿ ਬੇਬੀ ਟੀਥ ਵਿੱਚ ਸਪੈਸ਼ਲੀ ਬੇਬੀ ਟੀਥ ਦੀ ਡਾਇਰੈਕਸ਼ਨ ਆਫ ਗਰੋਥ ਚੇਂਜ ਕਰਦੀਆਂ ਨੇ। ਪਹਿਲੀ ਗੱਲ ਤਾਂ ਜਿਵੇਂ ਮੈਂ ਦੱਸ ਰਹੀ ਸੀਗੀ, ਪੈਸੀਫਾਇਰ। ਜੇ ਕੋਈ ਬੱਚਾ ਰਾਤੀ ਪੈਸੀਫਾਇਰ ਲੈ ਕੇ ਸੌਂਦਾ ਹੈਗਾ ਸਾਰੀ ਰਾਤ, ਜੋ ਕਿ ਆਪਾਂ ਨੂੰ ਪਤਾ ਹੀ ਹੈਗਾ ਕਿ ਬਹੁਤ ਬੱਚੇ ਇਹ ਹੈਬਿਟ ਡਿਵੈਲਪ ਕਰ ਲੈਂਦੇ ਨੇ ਅਰਲੀ ਔਨ। ਉਹਨਾਂ ਬੱਚਿਆਂ ਦੇ ਵੀ ਅੱਗੇ ਵਾਲੇ ਸਪੈਸ਼ਲੀ ਜਿਹੜੇ ਦੰਦ ਹੁੰਦੇ ਨੇ, ਮੂਹਰਲੇ 2 ਦੰਦ ਉੱਪਰ ਵਾਲੇ, ਉਹ ਬਾਹਰ ਨੂੰ ਪੁਸ਼ ਆਊਟ ਹੋਣੇ ਸ਼ੁਰੂ ਹੋ ਜਾਂਦੇ ਨੇ। ਜਾਂ ਜਿਵੇਂ ਤੁਸੀਂ ਆਪਣੇ ਬੱਚੇ ਦਾ ਬਹੁਤ ਵਧੀਆ ਐਗਜ਼ਾਮਪਲ ਦੇ ਰਹੇ ਹੈਗੇ ਕਿ ਕਿਸੇ ਹੈਬਿਟ ਕਰਕੇ ਉਹ ਬੱਚਾ ਜਿਵੇਂ ਬੈੱਡ ਤੇ ਕਿਸੇ ਐਜ ਨਾਲ ਖੇਡਦਾ ਰਹਿੰਦਾ ਸੀਗਾ, ਕਿ ਪੋਜੀਸ਼ਨ ਚੇਂਜ ਹੋ ਗਈ, ਰਾਈਟ। ਸੋ ਉਹਦਾ ਪਰਮਨੈਂਟ ਟੀਥ ਤੇ ਕੋਈ ਇਫੈਕਟ ਨਹੀਂ ਹੋਊਗਾ। ਸਪੈਸ਼ਲੀ ਹੁਣ ਜਿਵੇਂ ਬੱਚਾ 4 ਸਾਲ ਦਾ ਹੋ ਗਿਆ ਹੈਗਾ, ਜੇ ਉਹ ਹੈਬਿਟ ਇਲੀਮੀਨੇਟ ਹੋ ਚੁੱਕੀ ਹੈ, I know ਕਿ ਬੇਬੀ ਟੀਥ ਦੀ ਜੋ ਪੋਜੀਸ਼ਨ ਹੈਗੀ ਹੈ ਹੁਣ ਜਿੱਥੇ ਉਹ ਹੈਗੇ ਨੇ, probably that's what it is, but ਉਹਦਾ ਪਰਮਨੈਂਟ ਟੀਥ ਤੇ ਕੋਈ ਇੰਪੈਕਟ ਨਹੀਂ ਹੈ ਉਹਨਾਂ ਦੀ ਡਿਵੈਲਪਮੈਂਟ ਤੇ ਇਹ ਵੀ ਨਹੀਂ ਆਪਾਂ ਕਹਿ ਸਕਦੇ ਕਿ ਜਿਵੇਂ ਹੁਣ ਪਰਮਨੈਂਟ ਟੀਥ ਠੀਕ ਨਹੀਂ ਆਣਗੇ। ਉਹਦਾ ਇਹ ਰੀਜ਼ਨ ਹੈ ਕਿ as long as the habit is eliminated, ਜਿਹੜੀ ਵੀ ਹੈਬਿਟ at first place ਜਿਹੜੀ ਉਹ ਦੰਦਾਂ ਦੀ ਪੋਜੀਸ਼ਨਿੰਗ ਚੇਂਜ ਕੀਤੀ, ਜੇ ਉਹ ਐਲੀਮੀਨੇਟ ਹੋ ਜਾਵੇ ਟਾਈਮ ਸਿਰ, especially before those teeth get loose, ਜਿਵੇਂ 6-7 ਸਾਲ ਦੀ ਉਮਰ ਤਾਂ ਬਹੁਤ ਲੇਟ ਹੈ, ਤੁਸੀਂ 3.5-4 ਸਾਲ ਦੀ ਉਮਰ ਤੱਕ ਬੱਚੇ ਦੀ ਉਹ ਹੈਬਿਟ ਐਲੀਮੀਨੇਟ ਕਰਾਤੀ, ਸੋ ਉਹਦਾ ਪਰਮਨੈਂਟ ਟੀਥ ਤੇ ਕੋਈ ਇੰਪੈਕਟ ਨਹੀਂ ਹੈ, ਤੇ ਜਿਵੇਂ ਉਹਨਾਂ ਦੀ ਨੈਚੁਰਲ ਪੋਜੀਸ਼ਨ ਹੈ ਉਹ ਉੱਤੇ ਹੀ ਆਣਗੇ। ਸਾਨੂੰ ਸਭ ਤੋਂ ਜ਼ਿਆਦਾ ਪ੍ਰੋਬਲਮ ਉਦੋਂ ਲਾਈਕ ਐਵੇਂ ਲੱਗਦੀ ਹੈ ਜਦੋਂ ਬੱਚੇ ਜਿਹੜੇ ਅੰਗੂਠਾ ਵੀ ਸੱਕ ਕਰਦੇ ਨੇ, ਬਹੁਤ ਬੱਚੇ ਕਰਦੇ ਨੇ, ਤੇ ਉਹ 5-6-7 ਸਾਲ ਦੀ ਉਮਰ ਤੱਕ ਉਹ ਹੈਬਿਟ ਉਹਨਾਂ ਦੀ ਕੰਸਿਸਟੈਂਟਲੀ ਰਹਿੰਦੀ ਹੈ। ਉਹਦੇ ਨਾਲ ਮੈਂ ਇਹ ਡੈਫੀਨਿਟਲੀ ਕਹੂੰਗੀ ਹਾਂਜੀ, ਇਹ ਬਹੁਤ ਲਾਈਕ ਇਟਸ ਪ੍ਰੋਬੇਬਲ ਕਿ ਇਹ ਹੁਣ ਪਰਮਨੈਂਟ ਟੀਥ ਵੀ ਜਿਹੜੇ ਨਵੇਂ ਦੰਦ ਉਹ ਬੇਬੀ ਟੀਥ ਨੂੰ ਰਿਪਲੇਸ ਕਰ ਰਹੇ ਨੇ, ਉਹਨਾਂ ਦੀ ਪੋਜੀਸ਼ਨਿੰਗ ਜੀ ਡੈਫੀਨਿਟਲੀ ਖਰਾਬ ਆਊਗੀ, ਬਿਕਾਜ਼ ਉਹ ਹੈਬਿਟ ਹਜੇ ਤੱਕ ਵੀ ਰਿਮੂਵ ਨਹੀਂ ਹੋਈ। ਜੇ 2 ਤੋਂ 3 ਸਾਲ ਤੱਕ ਆਪਾਂ ਪੈਸੀਫਾਇਰ, ਬੋਤਲ, ਥੰਬ ਸਕਿੰਗ, ਬੱਚੇ ਕਈ ਆਪਣਾ ਜਿਵੇਂ ਬਲੈਂਕਟ ਚਿਊ ਕਰਦੇ ਰਹਿੰਦੇ ਨੇ, ਕੋਈ ਵੀ ਹੈਬਿਟ ਆਪਾਂ ਟਾਈਮ ਸਿਰ ਰਿਮੂਵ ਕਰ ਦਈਏ ਤਾਂ ਫਿਰ ਉਹ ਪਰਮਨੈਂਟ ਟੀਥ ਨੂੰ ਬਿਲਕੁਲ ਇੰਪੈਕਟ ਨਹੀਂ ਕਰਦੀ। ਥੈਂਕ ਯੂ। ਡਾਕਟਰ ਸਾਹਿਬ, ਇੱਕ ਮੇਰਾ ਹੋਰ ਕੁਐਸਚਨ ਹੈਗਾ, ਸੌਰੀ। ਹਾਂਜੀ ਹਾਂਜੀ। ਤੇ ਇਹ 'ਚ ਕਿਹੜੇ ਗੁੱਡ ਫੂਡ ਹੈ ਤੇ ਕਿਹੜੇ ਬੈਡ ਫੂਡ ਹੈਗੇ ਬੱਚਿਆਂ ਦੇ ਲਈ, ਵੀ ਜਿਹੜੇ ਵੀ ਉਹਨਾਂ ਨੂੰ ਦੰਦਾਂ ਤੇ ਹੱਡੀਆਂ ਦੀ ਗਰੋਥ ਲਈ ਦੇਣੇ ਚਾਹੀਦੇ ਆ ਤੇ ਨਹੀਂ ਦੇਣੇ ਚਾਹੀਦੇ? ਇਹ ਬਹੁਤ ਵਧੀਆ ਕੁਐਸਚਨ ਹੈ ਅਰਜੀਤ ਜੀ। ਲਾਈਕ ਆਈ ਥਿੰਕ ਮੈਂ ਤਾਂ ਸਾਰਾ ਦਿਨ ਇਸ ਟੌਪਿਕ ਬਾਰੇ ਗੱਲ ਕਰ ਸਕਦੀ ਹਾਂ। ਨਿਊਟ੍ਰੀਸ਼ਨ ਹੈਗੀ ਹੈ ਜਿਹੜੀ ਕਿ ਕੈਵਿਟੀਜ਼ ਵਗੈਰਾ ਕਾਜ਼ ਕਰਦੀ ਹੈ, ਬਟ ਮੈਂ ਤੁਹਾਨੂੰ ਜਿਵੇਂ ਫੰਡਾਮੈਂਟਲ ਪੁਆਇੰਟਸ ਦੱਸ ਦਿੰਦੀ ਹਾਂ। ਇਹ ਬਹੁਤ ਆਪਣੀ ਫੈਮਲੀਜ਼ ਵਿੱਚ ਮਿਸਕਨਸੈਪਸ਼ਨ ਹੈ। ਜਿਵੇਂ ਸਿੰਪਲ ਐਗਜ਼ਾਮਪਲ ਦਿੰਦੀ ਹਾਂ ਕਿ 2 ਸਾਲ ਦੀ ਉਮਰ ਤੋਂ ਘੱਟ ਅਮਰੀਕਨ ਅਕੈਡਮੀ ਆਫ ਪੀਡੀਆਟ੍ਰਿਕਸ, ਅਮਰੀਕਨ ਅਕੈਡਮੀ ਆਫ ਪੀਡੀਆਟ੍ਰਿਕ ਡੈਂਟਿਸਟਰੀ ਕਹਿੰਦੀ ਹੈ 2 ਸਾਲ ਦੀ ਉਮਰ ਤੋਂ ਘੱਟ ਦੇ ਬੱਚੇ ਨੂੰ ਤੁਸੀਂ ਗੈਸ ਕਰ ਸਕਦੇ ਹੋ ਕਿੰਨਾ ਜੂਸ ਪੀਣਾ ਚਾਹੀਦਾ ਹੈਗਾ? ਜੇ ਕਿਸੇ ਕੋਲ ਕੋਈ ਐਗਜ਼ਾਮਪਲਸ ਹੈਗੇ ਨੇ ਮੈਂ ਪੁੱਛਣਾ ਚਾਹੂੰਗੀ, ਤੁਹਾਨੂੰ ਕੀ ਲੱਗਦਾ ਹੈ ਕਿੰਨੇ ਕੱਪ ਜੂਸ? 1 to 2
ਕੱਪ ਤੇ ਆਪਾਂ ਹੁੰਦੇ ਨਹੀਂ ਆਪਣੇ ਕੋਲ, ਜੂਸ ਦੇ ਪੈਕ ਹੀ ਹੁੰਦੇ ਆ। ਹਾਂਜੀ, ਮਤਲਬ 2 ਸਾਲ ਤੋਂ ਘੱਟ ਉਮਰ ਦੇ ਬੱਚੇ ਦੀ ਗੱਲ ਕਰ ਰਹੇ ਹੋ ਤੁਸੀਂ, ਰਾਈਟ? ਹਾਂਜੀ, 1 or 2। ਓਕੇ, ਸੋ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਹਰਜੀਤ ਜੀ, 2 ਸਾਲ ਦੀ ਉਮਰ ਤੋਂ ਘੱਟ ਦੇ ਬੱਚੇ ਨੂੰ ਐਟਲੀਸਟ ਈਵਨ ਅਪ ਅੰਟਿਲ 2 ਇਅਰਸ ਆਫ ਏਜ ਜ਼ੀਰੋ ਜੂਸ, ਬੱਚੇ ਨੂੰ ਜੂਸ ਬਿਲਕੁਲ ਨਹੀਂ ਦੇਣਾ ਚਾਹੀਦਾ, ਨਾ ਬੋਤਲ ਵਿੱਚ, ਨਾ ਕੱਪ ਵਿੱਚ, ਨਾ ਲਾਈਕ ਕਿਸੇ ਵੀ ਸਿਪੀ ਕੱਪਸ ਵਿੱਚ, ਕਿਸੇ ਵੀ ਚੀਜ਼ ਵਿੱਚ। ਤੇ ਇਹਦੇ ਦੋ ਮੇਨ ਰੀਜ਼ਨ ਨੇ। ਪਹਿਲੀ ਗੱਲ ਕਿ ਬੱਚਿਆਂ ਦੀ ਨਾ ਨੈਚੁਰਲ ਟੈਂਡੈਂਸੀ ਹੈ ਮਿੱਠੇ ਨੂੰ ਪਸੰਦ ਕਰਨ ਦੀ, ਇਨਸਟਿੰਕਟਿਵਲੀ, ਵੱਡੇ ਹੋ ਕੇ ਵੀ ਨਹੀਂ, ਈਵਨ ਬਚਪਨ ਵਿੱਚ ਵੀ ਆਪਾਂ ਨੂੰ, ਜੇ ਆਪਾਂ ਬੱਚੇ ਨੂੰ ਮਿੱਠਾ ਬਹੁਤ ਛੇਤੀ ਇੰਟਰੋਡਿਊਸ ਕਰ ਦਿੰਦੇ ਹਾਂ, ਤੇ ਮੈਂ ਗੱਲ ਕਰ ਰਹੀ ਹਾਂ ਐਡਿਡ ਸ਼ੂਗਰਸ ਦੀ, ਫਰੂਟਸ ਹੋ ਗਏ, ਸੌਰੀ ਆਈ ਮੀਨ ਜੂਸਿਸ ਹੋ ਗਏ, ਸੀਰੀਅਲਸ ਹੋ ਗਏ, ਸਨੈਕਸ, ਕੁਕੀਜ਼, ਜੇ ਆਪਾਂ 2 ਸਾਲ ਦੀ ਉਮਰ ਤੋਂ ਪਹਿਲਾਂ ਬੱਚਿਆਂ ਨੂੰ ਉਹ ਖਾਣੇ ਉਹਨਾਂ ਦੀ ਡਾਈਟ ਵਿੱਚ ਇਨਕਲੂਡ ਕਰ ਦਿੰਦੇ ਆ, ਤਾਂ ਉਹ ਹੈਬਿਟਸ ਬੱਚਿਆਂ ਦੀ ਐਜ਼ ਦੇ ਗਰੋ 올ਡਰ, ਉਹ ਬੱਚਿਆਂ ਦੀ ਪ੍ਰੈਫਰੈਂਸ ਫॉर ਤਾਂ ਕਰਕੇ 2 ਸਾਲ ਤੋਂ ਪਹਿਲਾਂ ਕਿਹਾ ਜਾਂਦਾ ਕਿ ਬੱਚਿਆਂ ਨੂੰ ਜੂਸ ਵਗੈਰਾ ਬਿਲਕੁਲ ਨਹੀਂ ਦੇਣਾ। ਤੇ ਉਸ ਤੋਂ ਬਾਅਦ ਆਬਵੀਅਸਲੀ ਜਦੋਂ ਬੱਚਾ 2 ਤੋਂ 4 ਸਾਲ ਦੀ ਉਮਰ ਤੱਕ ਹੁੰਦਾ ਹੈ, ਉਹਨਾਂ ਨੂੰ ਸਿਰਫ 1 ਕੱਪ ਆਫ ਜੂਸ ਅ ਡੇ ਅਲਾਉਡ ਹੈਗਾ। ਤੇ ਇਹ ਆਫ ਕੋਰਸ ਕਿਸੇ ਵੀ ਫੈਮਿਲੀ ਦੇ ਵਿੱਚ ਰਿਐਲਿਟੀ ਇਹ ਨਹੀਂ ਹੈਗੀ, ਕਿਉਂਕਿ ਜੂਸ ਇਜ਼ ਜਸਟ ਅ ਪਾਰਟ ਆਫ ਆਰ ਡਾਈਟ। ਤੇ ਉਹ ਦੋ ਮਿਸਕਨਸੈਪਸ਼ਨਸ ਕਰਕੇ ਹੈ, ਆਪਾਂ ਨੂੰ ਐਵੇਂ ਲੱਗਦਾ ਕਿ ਬੱਚਾ ਸਾਡਾ ਜੀ ਕੁਝ ਖਾ ਨਹੀਂ ਰਿਹਾ, ਉਹਨਾਂ ਨੂੰ ਆਪਾਂ ਜੂਸ ਦੇ ਦਿੰਦੇ ਆ। ਮੇਰਾ ਵੀ 20 ਮਹੀਨੇ ਦਾ ਬੱਚਾ ਹੈਗਾ, ਮੈਂ ਇਹ ਸੇਮ ਸਟਰਗਲਸ ਲਾਈਕ ਫੇਸ ਕੀਤੀਆਂ ਨੇ ਜੋ ਮੈਂ ਆਪਣੇ ਪੇਰੈਂਟਸ ਨੂੰ, ਆਪਣੇ ਪੇਸ਼ੈਂਟਸ ਨੂੰ ਐਜੂਕੇਟ ਕਰਦੀ ਆ। ਤੇ ਇਹਦਾ ਇਹ ਰੀਜ਼ਨ ਹੈ ਕਿ ਆਪਾਂ ਨੂੰ ਲੱਗਦਾ ਜੀ ਜੂਸ ਦੇ ਦਿਓ, ਜੂਸ ਤਾਂ ਕੈਲੋਰੀਜ਼ ਹੈਗੀਆਂ ਨੇ, ਗੁੱਡ ਕੈਲੋਰੀਜ਼ ਹੈ, ਫਰੂਟਸ ਹੈਗਾ, ਈਵਨ ਆਪਾਂ 100% ਨੈਚੁਰਲ ਜੂਸ ਚ ਬਾਏ ਕਰਦੇ ਆ। ਜੇ ਤੁਸੀਂ ਉਹਦਾ ਪੈਕੇਜ ਫਲਿਪ ਕਰਕੇ ਦੇਖੋ ਨਾ, ਉਹਦੇ ਵਿੱਚ ਵੀ ਉਹਨਾਂ ਨੇ ਲਿਖਿਆ ਹੋਊਗਾ ਕਿ ਹਾਂਜੀ ਅਸੀਂ ਤੁਹਾਨੂੰ ਝੂਠ ਬੋਲਿਆ, ਅਸੀਂ ਕਿਹਾ ਸੀ ਕਿ ਤੁਸੀਂ 100% ਜੂਸ ਦੇ ਦਿਓ, ਬਟ ਅਸੀਂ ਇਹਦੇ ਵਿੱਚ ਵੀ 20 ਗ੍ਰਾਮ ਆਫ ਸ਼ੂਗਰ ਐਡ ਕੀਤੀ ਹੈ, ਜੋ ਕਿ ਬਹੁਤ ਜ਼ਿਆਦਾ ਹੈ। ਤੇ ਇਹ ਬਹੁਤ ਫੂਡ ਲੇਬਲਿੰਗ ਦਾ ਬਹੁਤ ਮੇਜਰ ਇਸ਼ੂ ਹੈਗਾ ਯੂਨਾਈਟਿਡ ਸਟੇਟਸ ਵਿੱਚ ਸਪੈਸ਼ਲੀ, ਇਹ ਰੈਗੂਲੇਟ ਬਿਲਕੁਲ ਨਹੀਂ ਕੀਤਾ ਜਾਂਦਾ। ਸੋ ਆਪਾਂ ਨੂੰ ਐਵੇਂ ਲੱਗਦਾ ਆਪਾਂ ਬੱਚੇ ਨੂੰ ਜੂਸ ਦੇਤਾ ਤੇ ਬੱਚੇ ਦਾ ਢਿੱਡ ਭਰ ਗਿਆ ਜੀ, ਓਕੇ ਠੀਕ ਹੈ, ਪਰ ਉਹੀ ਪ੍ਰੋਬਲਮ ਹੈ, ਉਹ ਐਮਟੀ ਕੈਲੋਰੀਜ਼ ਕਹਿੰਦੇ ਨੇ ਉਹਨਾਂ ਨੂੰ ਜੂਸ ਦੇ ਨਾਲ। ਜਿਵੇਂ ਜਿਹੜੇ ਟਾਈਮ ਤੇ ਬੱਚੇ ਨੇ ਹੁਣ ਖਾਣੇ ਲਈ ਰੈਡੀ ਸੀਗੇ, ਉਹ ਖਾਣਾ ਖਾ ਨਹੀਂ ਰਹੇ। ਟੌਡਲਰਸ ਤੁਹਾਨੂੰ ਪਤਾ ਹੀ ਹੈ, ਕਿਸ ਦਿਨ ਖਾਂਦੇ ਨੇ, ਕਿਸ ਦਿਨ ਨਹੀਂ ਖਾਂਦੇ, ਕਦੀ ਉਹਨਾਂ ਦਾ ਜੀ ਕਰਦਾ ਤਾਂ ਨਹੀਂ, ਤਾਂ ਆਪਾਂ ਉਹਨਾਂ ਨੂੰ ਜੂਸ ਦੇ ਤਾਂ ਉਹਨਾਂ ਦਾ ਢਿੱਡ ਭਰ ਗਿਆ ਫॉर द ਟਾਈਮ ਬੀਇੰਗ, ਬਟ ਫਿਰ ਲਾਈਕ ਮੀਲ ਦਾ ਟਾਈਮ ਚਲਾ ਗਿਆ। ਸੋ ਜੂਸ ਡੈਫੀਨਿਟਲੀ ਜੇ ਤੁਸੀਂ ਆਪਣੇ ਬੱਚੇ ਨੂੰ ਦੇ ਰਹੇ ਹੈਗੇ ਹੋ, ਸਪੈਸ਼ਲੀ 2 ਤੋਂ 4 ਤੇ ਈਵਨ 올ਡਰ, ਉਹ ਤੁਸੀਂ ਮੀਲਸ ਨਾਲ ਲਿਮਿਟ ਕਰੋ। ਉਹਨਾਂ ਨੂੰ ਬ੍ਰੇਕਫਾਸਟ ਵਿੱਚ ਨਾਲ ਇੱਕ ਅੱਧਾ ਕੱਪ ਜੂਸ ਦਾ ਦੇਤਾ, ਜਾਂ ਜਿਵੇਂ ਡਿਨਰ ਕਰਨ ਤੋਂ ਪਹਿਲਾਂ ਥੋੜਾ ਜਿਹਾ ਅੱਧਾ ਕੱਪ ਜੂਸ ਵਿੱਚ ਪਾਣੀ ਐਡ ਕਰਕੇ, ਵਿਚਾਲੇ ਦਿਨ ਵਿੱਚ ਬਿਲਕੁਲ ਨਾ ਦਿਓ। ਇਹ ਹੈਬਿਟ ਹੀ ਨਾ ਬਣਨ ਦਿਓ ਸ਼ੁਰੂ ਤੋਂ ਕਿ ਆਪਾਂ ਨਹੀਂ ਦਈਏ। ਹੁਣ ਹੋਰ ਲਾਈਕ ਗੁੱਡ ਫੂਡਸ ਹੋ ਗਏ, ਮੈਂ ਬਹੁਤ ਬਿਗ ਫੈਨ ਹੈਗੀ ਆ ਕਿ ਆਪਾਂ ਬੱਚਿਆਂ ਨੂੰ ਪ੍ਰੋਟੀਨ ਰਿਚ ਫੂਡਸ ਦੇਈਏ ਸਨੈਕਸ ਵਿੱਚ। ਜੇ ਤੁਹਾਡਾ ਬੱਚਾ, ਜਿਵੇਂ ਕਈ ਵਾਰੀ ਪੇਰੈਂਟਸ ਸੋਚਦੇ ਨੇ ਕਿ ਹਾਂਜੀ ਜੀ ਸਾਨੂੰ ਤਾਂ ਇਨਫੋਰਮੇਸ਼ਨ ਬਹੁਤ ਲੇਟ ਮਿਲੀ ਹੈ, ਵਿੱਚ ਸਾਨੂੰ ਪਤਾ ਹੁੰਦਾ ਕਿ ਜੇ ਜੂਸ ਨਹੀਂ ਦੇਣੇ, ਕੋਈ ਹੋਰ ਬੈਟਰ ਆਲਟਰਨੇਟਿਵਸ ਨੇ, ਖਰੀਦੀਏ ਕਿ ਬੱਚਿਆਂ ਲਈ ਸਨੈਕਸ ਕੀ ਹੈਗੇ ਨੇ ਸਾਡੇ ਲਈ। ਸੋ ਮੈਂ ਕਹੂੰਗੀ ਛੋਟੀ ਚੇਂਜਸ ਤੋਂ ਸਟਾਰਟ ਕਰੋ। ਜਿਵੇਂ ਆਪਣੀ ਡਾਈਟ ਵਿੱਚੋਂ ਬੱਚਿਆਂ ਦੇ ਜੂਸ ਐਲੀਮੀਨੇਟ ਕਰਨਾ ਬਹੁਤ ਸੌਖਾ ਹੈ। ਬੱਚਾ 3-4 ਕੱਪ ਜੂਸ ਪੀ ਰਿਹਾ, ਜਦੋਂ ਉਹਨਾਂ ਨੂੰ ਭੁੱਖ ਲੱਗਦੀ ਹੈ ਉਹ ਫ੍ਰਿਜ ਖੋਲਦੇ ਨੇ, ਜੂਸ ਪੀ ਲੈਂਦੇ ਨੇ, ਕੋਕ, ਸੋਡਾ, ਸਾਰੀਆਂ ਚੀਜ਼ਾਂ, ਫਲੇਵਰਡ ਵਾਟਰਸ, ਲੈਮੋਨੇਡ। ਅੱਜ ਕੱਲ ਇੰਨੀ ਗਰਮੀ ਹੈ, ਆਪਾਂ ਸੋਚਦੇ ਹਾਂ ਕਿ ਜੀ ਗਰਮੀ ਦਾ ਟਾਈਮ ਹੈ, ਬੱਚਿਆਂ ਨੂੰ ਹਾਈਡਰੇਸ਼ਨ ਮਿਲਣੀ ਚਾਹੀਦੀ ਹੈ, ਜੂਸ ਦਿੰਦੇ ਆ। ਤੁਸੀਂ ਫੇਰ ਵੀ ਜਿੰਨੀ ਕੋਸ਼ਿਸ਼ ਕਰਦੇ ਉਹਨੂੰ ਲਿਮਿਟ ਕਰੋ ਮੀਲਸ ਦੇ ਨਾਲ। ਬਿਲਕੁਲ ਲੰਚ ਵਿੱਚ ਨਹੀਂ ਦੇਣਾ, ਬਿਲਕੁਲ ਸਨੈਕਸ ਨਹੀਂ ਦੇਣੇ, ਬ੍ਰੇਕਫਾਸਟ ਜਾਂ ਡਿਨਰ ਦੇ ਵਿੱਚ ਬੱਚਾ, ਆਪਾਂ ਰਿਸਪੌਂਸਿਬਲ ਆ ਬੱਚਿਆਂ ਦੀ ਡਾਈਟ ਲਈ। ਸੋ ਆਪਾਂ ਨੂੰ ਇਹ ਛੋਟੀ ਕੇਅਰ ਕਰਨੀ ਚਾਹੀਦੀ ਹੈ। ਇੱਕ ਹੋਰ ਚੀਜ਼, ਇੱਕ ਹੋਰ ਬਹੁਤ ਈਜ਼ੀ ਚੇਂਜ ਹੁੰਦੀ ਹੈ। ਇੱਕ ਗੱਲ ਮੈਂ ਸਮਰਾਈਜ਼ ਕਰਦਾ, ਆਪਣੇ ਕੋਲ ਨਾ 10 ਮਿੰਟ ਰਹਿ ਗਏ, ਜਰਾ ਕੁਇਕਲੀ ਸਮਰਾਈਜ਼ ਕਰ ਦਈਏ। ਹਾਂਜੀ, ਬਸ ਮੈਂ ਇੱਕ ਹੋਰ ਚੀਜ਼ ਕਹਿਣੀ ਸੀਗੀ ਕਿ ਜਿਵੇਂ ਜੇ ਬੱਚੇ ਬਹੁਤ ਮਿੱਠਾ ਜੇ ਖਾ ਰਹੇ ਹੈਗੇ ਨੇ, ਤੁਸੀਂ ਉਹਨਾਂ ਨੂੰ ਜੇ ਕੋਈ ਕਿਸੇ ਟਾਈਪ ਦੀ ਆਈਸਕ੍ਰੀਮ, ਪਲੇਨ ਆਈਸਕ੍ਰੀਮ, ਚਾਕਲੇਟ, ਵਨੀਲਾ, ਸਟ੍ਰਾਬੇਰੀ, ਉਹ ਲਿਆ ਕੇ ਰੱਖ ਲਓ ਤੇ ਉਹਨਾਂ ਨੂੰ ਕਹੋ ਕਿ ਠੀਕ ਹੈ, ਤੁਸੀਂ, ਮੈਂ ਤੁਹਾਨੂੰ ਅੱਜ ਜੂਸ ਨਹੀਂ ਦਵਾਂਗਾ, ਬਟ ਡਿਨਰ ਵਿੱਚ ਤੁਹਾਨੂੰ ਇੱਕ ਸਕੂਪ ਆਫ ਚਾਕਲੇਟ ਆਈਸਕ੍ਰੀਮ ਮਿਲ ਜੂਗਾ। ਸੋ ਉਹ ਵੀ ਇੱਕ ਈਜ਼ੀ ਆਲਟਰਨੇਟਿਵ ਹੈ। ਆਈਸਕ੍ਰੀਮ ਈਜ਼ੀਲੀ ਕਲੀਨ ਆਊਟ ਵੀ ਹੋ ਜਾਂਦੀ ਹੈ, ਉਹ ਦੰਦਾਂ ਨਾਲ ਚਿਪਕਦੀ ਵੀ ਨਹੀਂ। ਕੰਪੇਅਰ ਮੈਂ ਕਹਿੰਦੀ ਇਹ ਨਹੀਂ ਕਿ ਆਈਸਕ੍ਰੀਮ ਰੋਜ਼ ਖਾਓ, ਐਜ਼ ਅ ਟ੍ਰੀਟ, ਸੋਰਬੇਸ, ਫਰੋਜ਼ਨ ਵੈਜੀਟੇਬਲ, ਫਰੋਜ਼ਨ ਫਰੂਟਸ ਤੇ ਤੁਸੀਂ ਬਣਾ ਸਕਦੇ ਹੋ, ਥੋੜੀ ਜਿਹੀ ਐਪਲ ਸੌਸ ਪਾ ਕੇ ਉਹਨੂੰ ਫ੍ਰੀਜ਼ ਕਰਕੇ। ਆ ਆਪਸ਼ਨਸ ਹੈਗੇ ਨੇ ਗੁੱਡ ਸਨੈਕਸ। ਠੀਕ ਹੈ, ਸੋ ਥੈਂਕ ਯੂ। ਸਾਰਾ ਦਿਨ ਬੋਲ ਸਕਦੇ ਭਾਜੀ, ਕੋਈ ਨਹੀਂ, ਚੱਲਣ ਦਿਓ ਭਾਜੀ। ਇਦਾਂ ਕਿ ਆਪ ਕੇਵਲ ਸਿੰਘ ਭਾਜੀ ਦੇ ਪੁੱਛ ਲਈਏ ਕੋਈ ਹੋਰ ਕੁਐਸਚਨ। ਭਾਜੀ ਤੁਹਾਡਾ ਕੋਈ ਕੁਐਸਚਨ ਹੋਵੇ ਕੇਵਲ ਸਿੰਘ ਭਾਜੀ? ਨਹੀਂ, ਠੀਕ ਹੈ ਜੀ, ਕੋਈ ਕੁਐਸਚਨ ਨਹੀਂ ਆ। ਉਹਨਾਂ ਨੂੰ ਕੈਰੀ ਔਨ ਕਰਨ ਦਿਓ। ਉਹ ਭਾਜੀ ਹੁਣਾਂ ਦਾ ਸ਼ਾਇਦ ਕੋਈ ਹੋਰ ਸਵਾਲ ਹੈਗਾ ਆ ਜੇ। ਹਾਂਜੀ ਭਾਜੀ, ਹਰਜੀਤ ਸਿੰਘ
ਇਦੋਂ ਪਹਿਲਾਂ ਆਪਾਂ ਹੋਰ ਕੋਈ ਨੈਕਸਟ ਕੁਐਸਚਨ ਤੇ ਇੱਧਰ ਭਾਜੀ ਪ੍ਰੇਮ ਸਿੰਘ ਭਾਜੀ ਤੁਹਾਡਾ, ਪ੍ਰੇਮ ਕੁਮਾਰ ਤੁਹਾਡਾ ਵੀ ਭਾਜੀ ਕੋਈ ਕੁਐਸਚਨ ਹੋਵੇ ਤੁਸੀਂ ਦੱਸ ਦੇਣਾ ਫਿਰ ਬਾਅਦ ਦੇ ਵਿੱਚ। ਕਿਉਂਕਿ ਜੇ ਮੇਰਾ ਕੁਐਸਚਨ ਹੈਗਾ ਆ ਤੇ ਇਹਨਾਂ ਨੇ ਦੱਸਿਆ ਵੀ ਇਹ ਬੱਚਿਆਂ ਦਾ ਇਨਫੈਂਟ ਟੂ 14 ਇਅਰਸ ਕਹਿੰਦੇ ਆ ਨਾ। ਹਾਂਜੀ ਹਾਂਜੀ ਇਹ ਉਹਨਾਂ ਦੇ ਸਪੈਸ਼ਲਿਸਟ ਆ। ਹਾਂਜੀ, ਸੋ ਮਾਈ ਡਾਟਰ ਇਜ਼ older than theirs. ਓਕੇ Yeah. ਹਾਂਜੀ ਓਕੇ ਜੀ, ਨੋ ਪ੍ਰੋਬਲਮ। ਠੀਕ ਹੈ ਜੀ। ਤੇ ਕੇਵਲ ਸਿੰਘ ਆਪਣਾ ਪ੍ਰੇਮ ਕੁਮਾਰ ਭਾਜੀ ਤੁਸੀਂ ਇੱਧਰ ਫੋਨ ਤੇ ਹੋ ਦੂਜੇ ਲਾਈਨ ਤੇ? ਉਹ ਮੈਂ ਕਿਹਾ ਭਾਜੀ ਫੋਨ ਤੇ ਆ ਸ਼ਾਇਦ। ਹਾਂਜੀ ਤੁਹਾਡਾ ਹਾਂਜੀ मैं ਹਾਂਜੀ मेरे बारे में पूछ रहे हैं, मुझे लगता है पंकज। ਹਾਂਜੀ ਹਾਂਜੀ पंकज भाजी क्या हाल चाल है? हाँ जी, तो मेरा एक क्वेश्चन है जी कि जो ब्रश करते हैं हम, कुछ डेंटिस्ट बोलते हैं कि भाई मैकेनिकल यूज करना चाहिए, कुछ बोलते हैं कि सॉफ्ट यूज करो। तो कौन सा ब्रश जो है बच्चों को यूज करना चाहिए या बड़ों को, सबको हमें यूज करना चाहिए? मैकेनिकल ब्रश इज बेटर देन लाइक सिंपल ब्रश, और वही जो हम यूज करते हैं बिना कोई बैटरी बुटरी के जो होता है, तो कौन सा यूज करना चाहिए डॉक्टर साहब? डेफिनेटली, ये भी बहुत अच्छा सवाल पूछा आपने। मैं आपको बच्चों के हिसाब से पहले बताऊंगी, फिर एज वी ग्रो, एज वी गो ऑन टू एडल्ट्स। सो बच्चों के लिए तो हम डेफिनेटली अप अंटिल 6 इयर्स ऑफ एज, अगर आपके बच्चे 6 साल की उम्र तक के हैं तो आप उनको रेगुलर मैनुअल टूथब्रश के साथ भी हेल्प कर सकते हो। रेकमेंडेशन ये होती है कि 6 साल जब तक बच्चे अपने शू लेसेस टाई करना शुरू कर दें, इसका मतलब उनको ये समझ है कि हमने टूथब्रश को इस्तेमाल कैसे करना है। तो हम जनरली पेरेंट्स को बोलते हैं कि 6 साल तक तो उनकी डेफिनेटली मदद करो ब्रश करने में, और रेगुलर टूथब्रश यूज करने में कोई प्रॉब्लम नहीं। सॉफ्ट ब्रिसल्स, अगर आप मार्केट में जाओगे आपको डेफिनेटली एज अप्रोप्रिएट ब्रशेस मिलेंगे व्हिच आर ग्रेट, बट जनरली लाइक सॉफ्ट ब्रिसल्स टूथब्रश हम बोलते हैं कि उससे कोई हार्ड आप यूज करोगे तो आप बहुत गम्स को भी डैमेज कर सकते हो। जैसे बच्चे बड़े होते हैं, लेट्स से 7 साल का बच्चा, मैकेनिकल टूथब्रश अगर इंट्रोड्यूस करते हैं हम, तो पेरेंट्स को बच्चों को एक बार ही दिखाना पड़ता है कि ये इस्तेमाल कैसे करना है। कई बार उसका प्रेशर इतना ज्यादा होता है कि बच्चे बोलते हैं कि हमें ना इसकी सेंसेशन नहीं पसंद, ये कैसा है। तो आप 8 से 9 साल या उसके ऊपर की उम्र में अगर आपका बच्चा उसको एक्सेप्ट कर लेता है, टॉलरेट कर सकता है दैट मोशन, तो नथिंग इज बेटर देन एन इलेक्ट्रिक टूथब्रश, अगर आप उसको प्रॉपर तरीके से यूज करते हो। क्योंकि आजकल मार्केट में बहुत तरीके के हैं, सोनिकेयर हो गया, उसको हम बोलते हैं लाइक मैकेनिकल टूथब्रशेस, ये टाइम्ड होते हैं, एक्चुअली replace the motion that is required of the toothbrush, so they do a fantastic job। और उसके टिप्स आपको पता होना चाहिए लाइक इस्तेमाल कैसे करना है। और छोटे बच्चों के लिए स्पेशली मैं बिल्कुल नहीं बोलूंगी 7-8 साल से कम की उम्र के बच्चों को तो ये देने की जरूरत नहीं है। अगर आपको पता है कि डेवलपमेंटली आपका बच्चा रेडी है, आपने 2-3 बार ही ट्राई किया एंड दे आर ओके विद द सेंसेशन दैट द टूथब्रश मेक्स ऑन देयर गम्स, देन इट्स टोटली फाइन। इवन एज अडल्ट, अगर आपको लगता है कि इवन विद माय रेगुलर टूथब्रश, अगर मैं रेगुलर टूथब्रश फॉर द रिक्वायर्ड अमाउंट ऑफ टाइम 1.5 मिनट तक, लाइक ओवर अ मिनट इस्तेमाल करता हूँ प्रॉपर तरीके से, देन स्टिक विद अ रेगुलर टूथब्रश। सॉफ्ट ब्रिसल टूथब्रश इज ग्रेट, बट इफ यू आर विलिंग टू मेक एन इन्वेस्टमेंट, कि मुझे ऐसे लगता है कि मैं स्टिल अपनी अपॉइंटमेंट्स के लिए जाता हूँ, आई स्टिल डोंट फील कि लाइक दैट क्लेanliness is just not there, then a mechanical toothbrush is great option, a good investment to make। हाँ जी डॉक्टर साहब भाई सॉरी मेरे कपल ऑफ क्वेश्चन मोर है गए ਹੁਣ आ गए। ब्रश मतलब 2 टाइम कराना चाहिए एवरी डे? डेफिनेटली हाँ जी, 2 times, मॉर्निंग एंड एट नाइट, एज अ मैटर ऑफ हैबिट। ਤੇ 6 ਸਾਲ ਦੀ ਉਮਰ ਤੱਕ ਤੁਹਾਨੂੰ ਬੱਚਿਆਂ ਦੀ ਹੈਲਪ ਕਰਨੀ ਪੈਂਦੀ ਹੈ। ਜੇ ਆਪਾਂ ਸੋਚਦੇ ਹਾਂ ਕਈ ਵਾਰੀ 3 ਸਾਲ ਦਾ ਬੱਚਾ ਬਹੁਤ ਇੰਡੀਪੈਂਡੈਂਟ ਹੋ ਜਾਂਦਾ ਹੈ, ਇਹ ਜਨਰਲੀ ਏਜ ਆਫ ਇੰਡੀਪੈਂਡੈਂਸ ਕਹਿੰਦੇ ਨੇ ਉਹਨੂੰ, ਤੇ ਬੱਚਾ ਵਾਂਟਸ ਟੂ ਟੇਕ ਚਾਰਜ, ਦੇ ਟੇਕ ਕੰਟਰੋਲ, ਤੇ ਉਹ ਆਪ ਲਾਈਕ ਕਰਨਾ ਸ਼ੁਰੂ ਕਰ ਦਿੰਦੇ ਨੇ। ਬਟ ਬਹੁਤ ਜ਼ਰੂਰੀ ਹੈ ਕਿ ਤੁਸੀਂ ਉਹਨਾਂ ਦੀ ਮਦਦ ਕਰੋ 6 ਸਾਲ ਦੀ ਉਮਰ ਤੱਕ। ਉਸ ਤੋਂ ਬਾਅਦ ਜੇ ਬੱਚਾ ਤੁਹਾਨੂੰ ਲੱਗਦਾ they are doing a good job spending enough time, ਤੁਸੀਂ ਉਹਨਾਂ ਨੂੰ ਇੰਡੀਪੈਂਡੈਂਸ ਦੇ ਸਕਦੇ ਹੋ ਕਿ ਜੀ ਹੁਣ ਤੁਸੀਂ ਆਪੇ ਕਰੋ। ਬਟ ਸਾਰੇ ਪੇਰੈਂਟਸ ਦੀ ਰਿਐਲਿਟੀ ਹੈ ਕਿ ਆਪਾਂ 8-9 ਸਾਲ ਦੇ ਬੱਚਿਆਂ ਨੂੰ ਵੀ ਨੈਗ ਕਰਦੇ ਰਹਿੰਦੇ ਕਿ ਪਲੀਜ਼ ਲਾਈਕ ਇਹ ਬਹੁਤ ਜ਼ਰੂਰੀ ਹੈ ਤੁਸੀਂ ਕਰੋ, ਲਾਈਕ ਯੂ ਹੈਵ ਟੂ ਮੇਕ ਸ਼ੋਰ ਪੋਸਟ-ਇਟਸ ਲਗਾ ਦਿਓ ਕਿ ਇਹ ਸ਼ੁਡ ਬੀ ਅ ਪਾਰਟ ਆਫ ਯਰ ਰੂਟੀਨ, ਬਟ 2 times a day definitely। ਹਾਂਜੀ ਤੇ ਸੈਕੰਡ ਕੁਐਸਚਨ ਹੈਗਾ what is the role of mouth wash and with toothpaste ਕਿਹੜਾ ਯੂਜ਼ ਕਰਨਾ ਚਾਹੀਦਾ ਬੱਚਿਆਂ ਦੇ? ਠੀਕ ਹੈ ਜੀ। ਸੋ ਮਾਊਥ ਵਾਸ਼ ਦਾ ਇਹ ਹੈਗਾ ਕਿ ਮੈਂ ਬਿਲਕੁਲ ਨਹੀਂ ਕਹਿੰਦੀ ਮਾਊਥ ਵਾਸ਼ 4 ਸਾਲ ਦੀ ਘੱਟ ਜਾਂ
ਸਮਟਾਈਮਸ 5 ਇਅਰਸ 올ਡ ਦੀ ਘੱਟ ਤੋਂ ਉਮਰ ਤੱਕ ਦੇ ਬੱਚਿਆਂ ਨੂੰ ਮਾਊਥ ਵਾਸ਼ ਨਹੀਂ ਦੇਣਾ ਚਾਹੀਦਾ। ਉਹਦਾ ਇਹ ਰੀਜ਼ਨ ਹੈ ਕਿ ਮਾਊਥ ਵਾਸ਼ ਵਿੱਚ ਨਾ ਫਲੋਰਾਈਡ ਹੁੰਦਾ ਹੈ, ਜੋ ਕਿ ਨੈਚੁਰਲੀ ਪ੍ਰੋਟੈਕਟਿਵ ਐਲੀਮੈਂਟ ਹੈ, ਜੋ ਆਪਣੇ ਦੰਦਾਂ ਨੂੰ ਸਟਰੋਂਗ ਰੱਖਦਾ ਹੈ। ਪਰ 5 ਸਾਲ 4 ਸਾਲ ਦੀ ਉਮਰ ਦੇ ਬੱਚੇ ਨਾ ਇੰਸਟੈਡ ਆਫ ਸਪਿਟਿੰਗ ਇਟ ਆਊਟ, ਉਹਨਾਂ ਨੂੰ ਇਹ ਕਨਸੈਪਟ ਹੈ ਹੀ ਨਹੀਂ ਕਿ ਮਾਊਥ ਵਾਸ਼ ਨੂੰ ਮੂੰਹ 'ਚ ਲਓ, ਸਵਿਸ਼ ਕਰੋ ਤੇ ਸਪਿਟ ਕਰੋ, ਅੱਧਾ ਪੀ ਜਾਂਦੇ ਨੇ। ਇਸ ਕਰਕੇ 5 ਸਾਲ ਦੀ ਉਮਰ ਤੋਂ ਘੱਟ ਤਾਂ ਮਾਊਥ ਵਾਸ਼ ਦੇਣ ਦੀ ਲੋੜ ਹੈ ਹੀ ਨਹੀਂ। 5.5-6 ਸਾਲ ਦੀ ਉਮਰ ਦਾ ਬੱਚਾ ਜਿਹੜਾ ਕਿ ਬਿਲਕੁਲ ਕੇਪੇਬਲ ਹੈ ਸਵਿਸ਼ ਕਰਨ ਦੇ, ਉਹਨਾਂ ਨੇ ਪਾਣੀ ਦਾ ਸਿਪ ਲਿੱਤਾ, ਉਹ ਗਰਾਰਾ ਜਿਵੇਂ ਗਾਰਗਲ ਜਾ ਕਰਕੇ ਸਿੱਟ ਦਿੰਦੇ ਨੇ, ਜੇ ਉਹ ਕਰ ਸਕਦੇ ਨੇ ਤੁਹਾਡੀ ਵਾਚ ਵਿੱਚ, ਫਿਰ ਤੁਸੀਂ ਇੰਟਰੋਡਿਊਸ ਕਰ ਸਕਦੇ ਹੋ। ਜਨਰਲੀ 5.5-6 ਇਅਰਸ। ਉਹਦਾ ਇਹ ਰੋਲ ਹੈਗਾ ਕਿ ਉਹ ਐਡੀਸ਼ਨਲ ਲੇਅਰ ਆਫ ਪ੍ਰੋਟੈਕਸ਼ਨ ਦੇ ਦਿੰਦਾ। ਜਿੰਨਾ ਬੱਚਿਆਂ ਨੂੰ ਜਿਵੇਂ ਲੈਟਸ ਸੇ ਆਲਰੇਡੀ ਬਹੁਤ ਜ਼ਿਆਦਾ ਕੈਵਿਟੀਜ਼ ਹੋਈਆਂ ਨੇ ਬਚਪਨ ਵਿੱਚ, ਜਾਂ ਤੁਸੀਂ ਕੈਵਿਟੀਜ਼ ਠੀਕ ਕਰਵਾਈਆਂ ਨੇ, ਵੀ ਨੀਡ ਐਨੀਥਿੰਗ ਐਡੀਸ਼ਨਲ ਦੈਟ ਵਿਲ ਕੀਪ ਆਰ ਵਰਕ ਐਜ਼ ਅ ਡੈਂਟਿਸਟ। ਜੇ ਅਸੀਂ ਫਿਲਿੰਗਸ ਕੀਤੀਆਂ, ਕਰਾਊਨਸ ਕੀਤੀਆਂ, ਉਹਨੂੰ ਪ੍ਰੋਪਰ ਸੇਫ ਰੱਖਣ ਲਈ ਇਹ ਮਾਊਥ ਵਾਸ਼ ਆਪਾਂ ਯੂਜ਼ ਕਰਦੇ ਹਾਂ। ਤੇ ਜਿਹੜਾ ਕੁਐਸਚਨ ਆਉਂਦਾ ਹੈਗਾ ਟੂਥਪੇਸਟ ਦਾ, ਟੂਥਪੇਸਟ ਜਿਹੜੇ ਟੂਥਪੇਸਟ ਵਿੱਚ ਫਲੋਰਾਈਡ ਹੋਵੇ ਉਹ ਇਸਤੇਮਾਲ ਕਰੋ। 1 ਸਾਲ ਦੀ ਉਮਰ ਦੇ ਬੱਚੇ ਨੂੰ ਆਪਾਂ ਬਸ ਸਿਰਫ, ਜੇ ਪੇਰੈਂਟਸ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਕਿੰਨਾ ਅਮਾਊਂਟ ਉਹਨਾਂ ਨੇ ਯੂਜ਼ ਕਰਨਾ ਹੈ। 3 ਸਾਲ ਦੀ ਉਮਰ ਤੋਂ ਘੱਟ ਦੇ ਬੱਚੇ ਨੂੰ ਸਿਰਫ ਰਾਈਸ ਗ੍ਰੇਨ ਅਮਾਊਂਟ ਆਫ ਟੂਥਪੇਸਟ ਦੇਣਾ ਹੈ। ਈਵਨ ਇਫ ਤੁਸੀਂ ਬੱਚੇ ਨੂੰ ਸ਼ੁਰੂ ਤੋਂ ਵੀ ਟੂਥਪੇਸਟ ਜਿਵੇਂ ਫਲੋਰਾਈਡ ਵਾਲਾ ਇੰਟਰੋਡਿਊਸ ਕਰ ਦਿੰਦੇ ਹੋ ਨਾ, ਉਹ ਉਸ ਟੇਸਟ ਨੂੰ ਐਕਸੈਪਟ ਕਰ ਲੈਂਦੇ ਨੇ। ਟੌਮਸ ਵਾਲਾ ਇੱਕ ਬਹੁਤ ਵਧੀਆ ਆਂਦਾ ਹੈਗਾ ਟੂਥਪੇਸਟ, ਸਟ੍ਰਾਬੇਰੀ ਫਲੇਵਰਸ, ਡਿਫਰੈਂਟ ਫਲੇਵਰਸ ਦੇ ਹੁੰਦੇ ਨੇ। ਜਨਰਲੀ ਬੱਚਿਆਂ ਨੂੰ ਮਿੰਟ ਫਲੇਵਰ ਨਹੀਂ ਚੰਗਾ ਲੱਗਦਾ। 3 ਸਾਲ ਦੀ ਉਮਰ ਤੋਂ ਬਾਅਦ ਤੁਸੀਂ ਪੀ ਸਾਈਜ਼ ਅਮਾਊਂਟ ਜਿੰਨਾ ਹੁੰਦਾ, ਜਿੰਨਾ ਕੁ ਦਾਣਾ ਪੀ ਦਾ ਹੁੰਦਾ ਨਾ, ਉਹਨਾਂ ਟੂਥਪੇਸਟ ਲਗਾ ਕੇ ਉਹਨਾਂ ਨੂੰ ਦੇ ਸਕਦੇ ਹੋ। ਸੋ ਇਹ ਐਸ ਲੌਂਗ ਐਸ ਤੁਹਾਡੀ ਲਾਈਕ ਅਮਾਊਂਟ ਆਫ ਟੂਥਪੇਸਟ ਇਜ਼ ਕਰੈਕਟ, ਤੁਸੀਂ ਕਿਸੇ ਵੀ ਵੈਰਾਈਟੀ ਦਾ ਟੂਥਪੇਸਟ, ਮੇਰਾ ਬੱਚਾ 20 ਮਹੀਨੇ ਦਾ ਹੈਗਾ ਤੇ ਮੈਂ ਤਾਂ ਉਹਨੂੰ ਜਿਹੜਾ ਮੈਂ ਟੂਥਪੇਸਟ ਯੂਜ਼ ਕਰਦੀ ਹਾਂ ਸੇਮ ਇਸਤੇਮਾਲ ਕਰਦੀ ਹੈਗੀ, ਬਿਕੋਜ਼ ਮੇਰੇ ਜਨਰਲੀ ਆਪਣੇ ਵੱਡਿਆਂ ਦੇ ਟੂਥਪੇਸਟ ਵਿੱਚ ਫਲੋਰਾਈਡ ਹੈਗਾ। ਹਰ ਬੱਚੇ ਦਾ ਟੇਸਟ ਪਰਸੈਪਸ਼ਨ ਡਿਫਰੈਂਟ ਹੈ, ਕਿਉਂਕਿ ਮੈਨੂੰ ਸ਼ੁਰੂ ਤੋਂ ਆਦਤ ਪਾਈ ਤੇ ਬਹੁਤ ਛੋਟਾ ਜਿਹਾ ਅਮਾਊਂਟ ਯੂਜ਼ ਕਰਦੀ ਹਾਂ ਟੂਥਪੇਸਟ ਦਾ। ਮੈਨੂੰ ਪਤਾ ਹੈ ਕਿ ਤੇਲ ਦੀ ਥਿਕਨੈਸ ਦਾ ਹੀ ਚਾਹੀਦਾ ਹੁੰਦਾ ਐਂਡ ਆਈ ਯੂਜ਼ ਇਟ ਐਂਡ ਉਹਨੂੰ ਕੋਈ ਪ੍ਰੋਬਲਮ ਨਹੀਂ ਆਈ ਟੇਸਟ ਤੋਂ। ਸੋ ਮੈਂ ਬਹੁਤ ਪੇਰੈਂਟਸ ਮੈਨੂੰ ਇਹ ਕਹਿੰਦੇ ਨੇ ਕਿ ਦੱਸੋ ਜੀ ਸਾਡੇ ਬੱਚੇ ਨੂੰ ਮਿੰਟ ਫਲੇਵਰ ਨਹੀਂ ਪਸੰਦ, ਤੇ ਉਹਦਾ ਇਹ ਰੀਜ਼ਨ ਹੁੰਦਾ ਹੈ ਕਿ ਬੱਚੇ ਆਪਾਂ ਨਾ ਬਹੁਤ ਜ਼ਿਆਦਾ ਟੂਥਪੇਸਟ ਲਾ ਦਿੰਦੇ ਆ, ਇਸ ਕਰਕੇ ਬੱਚਿਆਂ ਨੂੰ ਉਹ ਇੰਨਾ ਸਟਰੋਂਗ ਫਲੇਵਰ ਲੱਗਦਾ ਕਿ ਉਹ ਫਿਰ ਨੈਕਸਟ ਟਾਈਮ ਤੁਸੀਂ ਯੂਜ਼ ਕਰਦੇ ਹੋ ਤੇ ਬੱਚੇ ਬਹੁਤ ਲਾਈਕ ਅਪੋਜ਼ਡ ਹੋ ਜਾਂਦੇ ਨੇ ਕਿ ਨਹੀਂ ਜੀ ਟੇਸਟ ਨਹੀਂ ਪਸੰਦ। ਇਸ ਕਰਕੇ ਸਟ੍ਰਾਬੇਰੀ, ਡਿਫਰੈਂਟ ਫਲੇਵਰਸ ਅੱਜ ਕੱਲ ਦਾ ਟੂਥਪੇਸਟ ਦੇ ਹੈਗੇ ਨੇ, ਬਟ ਫਲੋਰਾਈਡ ਜ਼ਰੂਰ ਚੈੱਕ ਕਰਕੇ ਲਿਓ। ਬ੍ਰਾਂਡ ਦਾ ਕੋਈ ਫਰਕ ਨਹੀਂ ਪੈਂਦਾ, ਕ੍ਰੈਸਟ ਜਿਹੜਾ ਵੀ ਅਵੇਲੇਬਲ ਹੋਵੇ। ਓਕੇ, ਥੈਂਕਸ ਫॉर ਜੁਆਇਨਿੰਗ ਭਾਈ, ਆਪਾਂ ਬਹੁਤ ਵਧੀਆ ਰਿਹਾ। ਥੈਂਕਸ ਤੁਹਾਡਾ, ਬਹੁਤ ਤੁਸੀਂ ਸਾਨੂੰ ਵਧੀਆ ਟਾਈਮ ਦਿੱਤਾ। ਤੇ ਜੀ ਹਾਂਜੀ ਭਾਜੀ, ਆਪਾਂ ਇਦਾਂ ਹੀ ਐਵਰੀ ਵੀਕ ਐਕਸਪਰਟ ਡਿਫਰੈਂਟ ਫੀਲਡ ਦੇ ਵਿੱਚ ਲੈ ਕੇ ਆਵਾਂਗੇ। ਤੇ ਥੈਂਕਸ ਐਵਰੀਬਾਡੀ ਫॉर ਜੁਆਇਨਿੰਗ। ਤੇ ਭਾਜੀ ਤੋਂ ਪਹਿਲਾਂ ਆਪਾਂ ਪ੍ਰੋਗਰਾਮ ਫਿਨਿਸ਼ ਕਰੀਏ, ਤੁਸੀਂ ਕੁਝ ਕਹਿਣਾ ਚਾਹੋਗੇ ਲਾਈਕ ਵਿਦਨ ਕਪਲ ਸੈਕਿੰਡਸ? ਹਾਂਜੀ ਭਾਜੀ, ਨਹੀਂ ਬਸ ਮੈਂ ਬਹੁਤ ਥੈਂਕ ਯੂ ਕਰਨਾ ਚਾਹੁੰਦਾ ਡਾਕਟਰ ਸਾਹਿਬ ਦਾ। ਉਹਨਾਂ ਨੇ ਸਾਰੇ ਕੁਐਸਚਨ ਦੇ ਆਨਸਰ ਬਹੁਤ ਵਧੀਆ ਤਰੀਕੇ ਨਾਲ ਦਿੱਤੇ ਤੇ ਇਟ ਵਾਸ ਰੀਅਲੀ ਗ੍ਰੇਟਫੁਲ ਟੂ ਲਿਸਨਿੰਗ ਆਲ ਦਿਸ। ਜਸਪੀਰ, ਹਾਂਜੀ, ਮੇਰਾ ਬਸ ਇਹੋ ਕੁਐਸਚਨ ਹੈ ਕਿ ਆਪਾਂ ਨਾ ਫੈਮਿਲੀ ਨੂੰ ਥੋੜਾ ਜਿਹਾ ਅਲਰਟ ਕਰਕੇ ਜਦੋਂ ਆ ਇਨਫੋਰਮੇਸ਼ਨ ਅੱਜ ਆਈ ਹੈ ਨਾ, ਇਹਨਾਂ ਦਾ ਫਿਰ ਪ੍ਰੋਗਰਾਮ ਮਹੀਨੇ ਮਤਲਬ 6 ਵੀਕਾਂ ਬਾਅਦ ਹੈ ਨਾ, ਅਸੀਂ ਦੱਸ ਦਾਂਗੇ ਵੀ ਮਤਲਬ ਆਹ ਚੀਜ਼ ਹੈਗੀ ਹੈ ਡੈਂਟਿਸਟ ਬਾਰੇ ਹੈਗੀ ਸਪੈਸ਼ਲਿਸਟ, ਤੇ ਫਿਰ ਇਹਨਾਂ ਨੂੰ ਦੁਆਰਾ ਕਰਾਂਗੇ ਨਾਲ, ਫਿਰ ਬਿਗ ਗਰੁੱਪ ਸਾਰਿਆਂ ਨੂੰ ਇੱਕ ਕਹਿਦਾ ਵੀ ਆ ਬਣਾ ਕੇ ਪਾ ਦਾਂਗੇ। ਐਂਡ ਥੈਂਕਸ ਐਵਰੀਬਾਡੀ ਫॉर ਜੁਆਇਨਿੰਗ। ਥੈਂਕਸ ਡਾਕਟਰ ਸਿੱਧੂ ਅਗੇਨ। ਥੈਂਕ ਯੂ ਸੋ ਮਚ।